ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬੜਿਓ ਚਰਾਗ ਅੰਧਿਆਰ ਮੈਂ, ਸਭ ਕਲ ਉਧਰੀ। ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ। ਜਨ ਨਾਨਕ ਗੁਰ ਪਾਰ ਬ੍ਰਹਮ। ਸ਼ਬਦ ਗੁਰੂ ਚਵਰ ਛਤਰ ਤਖਤ ਦੇ ਮਾਲਕ, ਸਿੱਖ ਕੌਮ ਦੀ ਮੌਜੂਦਾ ਸਰਕਾਰ, ਵਾਲੀਏ ਕੁਲ ਆਲਮ, ਵਾਹਦ ਤਖਤ ਦੇ ਮਾਲਕ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਜੇ ਹੋਏ ਦਰਬਾਰ ਦੇ ਵਿੱਚ ਜੁੜ ਬੈਠ ਕੇ ਅੱਜ ਭਾਵੇਂ ਕਿ ਵੀਕਡੇ ਦਾ ਵਕਤ ਹੈ, ਸਵੇਰ ਦੇ ਵਕਤ ਅਸੀਂ ਸਾਰਿਆਂ ਨੇ ਆਪਣੇ ਕਿਰਤ ਕੰਮਾਂ ਵੱਲ ਰਵਾਨਾ ਹੋਣਾ ਹੈ, ਪਰ ਗੁਰੂ ਦੇ ਪਿਆਰ ਦੇ ਵਿੱਚ, ਗੁਰੂ ਮਹਾਰਾਜ ਜੀ ਦੀਆਂ ਵਡਿਆਈਆਂ, ਗੁਰੂ ਦੀ ਉਸਤਤ, ਗੁਰੂ ਦਾ ਉਪਦੇਸ਼ ਔਰ ਸਾਡੇ ਅੰਦਰ ਇੱਕ ਸਿੱਖ ਹੋਣ ਦਾ ਅਹਿਸਾਸ, ਇਸ ਨੇ ਸਾਨੂੰ ਇੱਥੇ ਬਿਠਾ ਕੇ ਰੱਖਿਆ ਹੋਇਆ ਹੈ। ਆਪ ਜੀ ਨੇ ਸਤਿਕਾਰਯੋਗ ਜਥਿਆਂ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸ਼ਰਵਣ ਕੀਤਾ ਹੈ। ਸਤਿਕਾਰਯੋਗ ਬੱਚਿਆਂ ਨੇ ਢਾਡੀ ਵਾਰ ਰਾਹੀਂ ਗੁਰੂ ਦਸਮ ਪਾਤਸ਼ਾਹ ਜੀ ਦੇ ਪਹੁਲ ਸੰਬੰਧੀ, ਪਿਆਰਿਆਂ ਸੰਬੰਧੀ ਇਤਿਹਾਸ ਦੇ ਕੀਮਤੀ ਵਰਕੇ ਸਾਂਝੇ ਕੀਤੇ। ਹਜ਼ੂਰੀ ਜਥੇ ਨੇ ਮਿੱਠੀ ਮਧੁਰ ਬਾਣੀ, ਮਧੁਰ ਆਵਾਜ਼ ਦੇ ਵਿੱਚ ਆਪ ਜੀ ਨੂੰ ਸ਼ਰਵਣ ਕਰਾਈ ਹੈ। ਅੱਜ ਪੂਰੀ ਦੁਨੀਆ ਦੇ ਵਿੱਚ ਹੀ ਇਸ ਦਿਨ ਨੂੰ ਸਿੱਖ ਹੈਰੀਟੇਜ ਡੇ ਵੰਗਰ, ਜਿੱਥੇ ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਤਮਾਮ ਥਾਵਾਂ ਤੇ ਕੈਲੰਡਰਾਂ ਦੇ ਵਿੱਚ ਤਰੀਕਾ ਨਿਸ਼ਚਿਤ ਕਰਕੇ ਇਹਨੂੰ ਸਰਕਾਰਾਂ ਵੱਲੋਂ ਵੀ ਮਨਾਇਆ ਗਿਆ ਹੈ। ਆਓ ਇਸ ਫਖਰੇ ਤਰੀਕ ਨੂੰ ਰਲ ਮਿਲ ਬੈਠ ਕੇ ਸਾਂਝਿਆਂ ਕਰੀਏ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੋਂ ਲੈ ਕੇ ਦਸਮ ਪਾਤਸ਼ਾਹ 1699 ਤੱਕ ਜਿਹੜੀਆਂ ਦੋਵੇਂ ਵਿਸਾਖ ਇਕੱਤਰ ਹੁੰਦੀਆਂ ਨੇ, ਇਤਿਹਾਸ ਦੇ ਵਿੱਚ ਇਹ ਕਹਿ ਲਈਏ ਕਿ ਰਬਾਬ ਤੋਂ ਨਗਾਰੇ ਤੱਕ ਦਾ ਜਿਹੜਾ ਇੱਕ ਸਫ਼ਰ ਹੈ, ਉਸ ਨੂੰ ਅਸੀਂ ਕੁਝ ਕੁ ਮਿੰਟਾਂ ਦੇ ਵਿੱਚ ਸਾਂਝੀਆਂ ਕਰਨ ਦਾ ਯਤਨ ਕਰਾਂਗੇ ਸੰਖੇਪ ਦੇ ਵਿੱਚ। ਉਪਰੰਤ ਗੁਰੂ ਚਰਨਾਂ 'ਚ ਅਰਦਾਸ ਤੇ ਹੁਕਮਨਾਮਾ ਸ਼ਰਵਣ ਕਰਿਓ। ਆਓ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ। ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿੱਥੇ 2 12ਵਾਂ ਅੰਕਤ ਹਨ, ਇੱਕ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਤੁਖਾਰੀ ਰਾਗ ਦੇ ਵਿੱਚ, ਇੱਕ ਗੁਰੂ ਅਰਜਨ ਸਾਹਿਬ ਜੀ ਦੀ। ਗੁਰੂ ਅਰਜਨ ਸਾਹਿਬ ਜੀ ਵਾਲੀ ਬਾਣੀ ਤਕਰੀਬਨ ਪ੍ਰਚਲਿਤ ਹੈ, ਜਿਸ ਵਿੱਚ ਬੈਸਾਖ ਧੀਰਨ ਕਿਉਂ ਵਾਢੀਆਂ, ਜਿੰਨਾ ਪ੍ਰੇਮ ਵਿਛੋ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਵੀ ਆਖਿਆ, ਵੈਸਾਖ ਭਲਾ ਸ਼ਾਖਾਂ ਵੇਸ ਕਰੇ। ਔਰ ਪੰਜਾਬ ਦੇ ਖਿੱਤੇ ਦੇ ਵਿੱਚ ਖਾਸ ਕਰਕੇ ਜਦੋਂ ਇਸ ਇਲਹਾਮ ਦਾ
ਰੱਬੀ ਕਲਾਮ ਦਾ ਪ੍ਰਗਟਾਵਾ ਗੁਰੂ ਮਹਾਰਾਜ ਜੀ ਨੇ ਕੀਤਾ ਤੇ ਉਸ ਖਿੱਤੇ ਵੱਲ ਜਾਣਾ ਪਏਗਾ ਸਾਨੂੰ, ਜਿੱਥੇ ਲੋਕ ਬੜੇ ਲੰਮੇ ਚਿਰਾਂ ਤੋਂ ਵਿਸਾਖੀ ਸੈਲੀਬ੍ਰੇਟ ਕਰਦੇ ਆ ਰਹੇ ਸਨ, ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਵੀ। ਔਰ ਤੁਸੀਂ ਉਸ ਖੇਤੇ ਦਾ ਭੂਗੋਲਿਕ ਤੌਰ ਤੇ ਇਤਿਹਾਸ ਪੜ੍ਹ ਕੇ ਵੇਖੋ, ਜਿੱਥੋਂ ਦੇ ਲੋਕ ਕਣਕ ਬੀਜਦੇ ਨੇ, तमाम ਫਸਲਾਂ ਦੇ ਨਾਲ ਜੁੜੇ ਹੋਏ ਨੇ, ਔਰ ਜਿਹਦੇ ਬਾਰੇ ਬਾਬਾ ਫਰੀਦ ਸਾਹਿਬ 12ਵੀਂ ਸਦੀ ਦੇ ਵਿੱਚ ਇਹ ਗੱਲ ਕਹਿ ਰਹੇ ਸਨ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਇਹ ਸਾਰੇ ਕੀਮਤੀ ਸਰੋਤ ਪੰਜਾਬ ਦੇ ਖਿੱਤੇ ਦੇ ਵਿੱਚ ਲੋਕਾਂ ਦੀ ਕਿਰਤ ਦਾ ਇੱਕ ਹਿੱਸਾ ਹੋਇਆ ਕਰਦੇ ਸਨ। ਔਰ ਉਹ ਕਿਸਾਨ ਜਿਹੜਾ ਧਰਤੀ ਦੀ ਹਿੱਕ ਦੇ ਵਿੱਚ ਹਲ ਵਾਹ ਕੇ ਮਿਹਨਤ ਤੇ ਮਸ਼ੱਕਤ ਦੇ ਬਾਅਦ ਪਾਏ ਹੋਏ ਬੀਜ ਦੇ ਵਿੱਚ ਪਾਣੀ ਤੇ ਮੁੜ ਕੇ ਉਹਦੀ ਰਖਵਾਲੀ ਤੇ ਠੰਡ ਬਰਸਾਤ ਦੇ तमाम ਰੁੱਤਾਂ ਨੂੰ ਹੰਢਾਉਂਦਾ ਹੋਇਆ ਆਪਣੀ ਫਸਲ ਨੂੰ ਜੋਬਨ ਦੇ ਵਿੱਚ ਵੇਖਣ ਦੀ ਉਹ ਚਾਹਤ ਆਪਣੇ ਅੰਦਰ ਲਈ ਬੈਠਾ ਹੁੰਦਾ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਭਗਤ ਸਾਹਿਬਾਨਾਂ ਨੇ ਕਿਸਾਨੀ ਉਸ ਨਿਯਮ ਨੂੰ ਵੀ ਦੇਖਿਆ ਕਿ ਜਿੱਥੇ ਕਿਸਾਨ ਦੇ ਅੰਦਰ ਇਹ ਚਾਹਤ ਹੁੰਦੀ ਸੀ ਕਿ ਮੈਂ ਆਪਣੀ ਧੀਆਂ ਪੁੱਤਰਾਂ ਵਾਂਗਰ ਪਾਲੀ ਹੋਈ ਫਸਲ ਨੂੰ ਮੈਂ ਭਰਪੂਰ ਫਲ ਦੇ ਨਾਲ ਲੱਦੀ ਹੋਈ ਵੇਖਣਾ ਚਾਹੁੰਦਾ ਵਾਂ। ਪਰ ਤੁਸੀਂ ਇਹ ਗੱਲ ਦੇਖੋ, ਸਤਿਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਿਰਸਾਣੀ ਕਿਰਸਾਨ ਕਰੇ ਲੋਚੈ ਜੀਓ ਲਾਏ। ਲੋਚਾ ਤਾਂਗ ਅੰਦਰ ਰੱਖਦਾ ਹੈ ਆਪਣੇ ਅੰਦਰ ਕਿਸਾਨ, ਗੁਰੂ ਰਾਮਦਾਸ ਜੀ ਦਾ ਸ਼ਬਦ ਹੈ। ਕਿਰਸਾਣੀ ਕਿਰਸਾਨ ਕਰੇ ਲੋਚੈ ਜੀਓ ਲਾਏ, ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ। ਮੇਰੀ ਔਲਾਦ, ਮੇਰੇ ਪਰਿਵਾਰ ਦੇ ਜੀਆਂ ਦੇ ਮੁਖ ਦੇ ਵਿੱਚ ਦਾਣਾ ਪਵੇ, ਉਹ ਉਦਮ ਤੇ ਮਸ਼ੱਕਤ ਕਰਦਾ ਹੈ ਔਰ ਆਪਣੀ ਫਸਲ ਨੂੰ ਵਡੇਰਿਆਂ ਹੁੰਦਿਆਂ ਵੇਖਦਾ, ਉਹਦੀ ਰਖਵਾਲੀ ਕਰਦਾ। ਉਹ ਚਾਹਤ ਦੇ ਵਿੱਚ, ਉਮੰਗ ਦੇ ਵਿੱਚ ਬੈਠਾ ਹੁੰਦਾ, ਉਹਦਾ ਅੰਦਰ ਖਿੜ ਜਾਂਦਾ ਜਦੋਂ ਉਹ ਫਸਲ ਪੱਕਦੀ ਹੈ ਔਰ ਉਸ ਫਸਲ ਦੇ ਉੱਤੇ ਇੱਕ ਰੰਗ ਚੜ੍ਹਦਾ, ਉਹਨੂੰ ਕੇਸਰੀ ਰੰਗ ਕਿਹਾ ਜਾਂਦਾ। ਆਪਣੇ ਆਪ ਦੇ ਵਿੱਚੋਂ ਪੀਲਾ ਇੱਕ ਰੰਗ ਜਿਹੜਾ ਕਿ ਕਣਕ ਦੇ ਉੱਤੇ ਤੁਸੀਂ ਵੇਖੋ ਜਦੋਂ ਫਸਲ ਪੱਕਦੀ ਹੈ। ਵਾਢੀ ਦੇ ਬਾਅਦ ਜਦੋਂ ਵੇਲਾ ਹੁੰਦਾ ਸੀ, ਆਪਸ ਵਿੱਚ ਉਹਨਾਂ ਨੇ ਰਲ ਮਿਲ ਬੈਠ ਕੇ ਨਹਿਰਾਂ ਦੇ ਕੰਢਿਆਂ ਤੇ ਨਾਲ ਨਹਾਉਣਾ ਤੇ ਨਾਲ ਉਹਨਾਂ ਨੇ ਇੱਕ ਦੂਜੇ ਨਾਲ ਸਾਂਝ ਕਰਨੀ, ਉਹਨੂੰ ਕਿਹਾ ਜਾਂਦਾ ਸੀ ਵਿਸੋਆ ਨਹਾਉਣਾ। ਵਿਸੋਆ ਤੋਂ ਹੌਲੀ ਹੌਲੀ ਕਰਕੇ ਵਿਸਾਖ ਸ਼ਬਦ ਬਣਿਆ, ਵਿਸਾਖੀ ਇਹ ਵਿਸੋਆ ਤੋਂ ਆਇਆ। ਭਾਈ ਗੁਰਦਾਸ ਜੀ ਦੀ ਰਾਈਟਿੰਗ ਦੇ ਵਿੱਚ ਵੀ ਇਹ ਸ਼ਬਦ ਆਉਂਦਾ ਹੈ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਭਾਈ ਗੁਰਦਾਸ ਕਹਿੰਦੇ ਨੇ, ਜਿਵੇਂ ਕਿਸਾਨ ਲੋਕ ਆਪਣੀ ਫਸਲ ਨੂੰ ਜੋਬਨ ਤੇ ਵੇਖ ਕੇ, ਛਿੱਟੇ ਹਾਸਲ ਕਰਕੇ, ਦਾਣਾ ਹਾਸਲ ਕਰਕੇ, ਨਤੀਜਿਆਂ ਨੂੰ ਵੇਖ ਕੇ ਇਕੱਠੇ ਹੋ ਕੇ ਵਿਸੋਆ ਵਿਸਾਖੀ ਮਨਾਉਂਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜਿੱਥੇ ਜਿੱਥੇ ਚਰਨ ਪਏ, ਜਿਨ੍ਹਾਂ ਜਿਨ੍ਹਾਂ ਦੇ ਘਰ 'ਚ ਗਏ, ਜਿਨ੍ਹਾਂ ਦੇ ਕੋਲ ਬੈਠੇ, ਜਿੱਥੇ ਸਤ ਸੰਗਤ ਬਣ ਗਈਆਂ, ਭਾਈ ਗੁਰਦਾਸ ਕਹਿੰਦੇ ਨੇ ਮਾਨੋ ਸਦਾ ਹੀ ਵਿਸਾਖੀ ਬਣ ਗਈ ਉੱਥੇ। ਔਰ ਇਸ ਧਰਤੀ ਤੇ ਤੁਸੀਂ ਵੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਸੀਂ ਇਹ ਵਿਸ਼ਾ 'ਚ ਸਾਂਝਾ ਕਰਨਾ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਜਿਸ ਫਸਲ ਨੂੰ ਬੀਜਿਆ ਗਿਆ, ਵਿਸਾਖ ਭਲਾ ਸ਼ਾਖਾਂ ਵੇਸ ਕਰੇ, ਦੋ ਸ਼ਬਦਾਂ ਤੋਂ ਵਿਸਾਖ ਬਣਿਆ, ਜੇ ਚੇਤੇ ਰੱਖਿਓ। ਇਸੇ ਵਿੱਚ ਅਸੀਂ ਸਾਰਾ ਇਤਿਹਾਸ ਸਾਂਝਾ ਕਰਾਂਗੇ। ਸ਼ਾਖ ਤੇ ਵੇਸ, ਸ਼ਾਖਾਂ ਦੇ ਉੱਤੇ ਜਦੋਂ ਵੇਸ ਆਉਂਦਾ ਹੈ, ਕਿਉਂਕਿ ਤੁਸੀਂ ਅਗਰ ਪੰਜਾਬ ਦਾ, ਇੰਡੀਆ ਦੇ ਉਸ ਰੁੱਤ ਨੂੰ ਕੋਲੋਂ ਵੇਖਿਆ ਹੋਵੇ, ਇਸ ਰੁੱਤ ਨੂੰ ਬਾਣੀ ਦੇ ਵਿੱਚ ਚੇਤ ਤੇ ਵਿਸਾਖ ਦੇ ਵਿੱਚ ਦੋਨਾਂ ਮਹੀਨਿਆਂ ਦੇ ਵਿੱਚ ਇੱਕ ਰੁੱਤ ਮੰਨੀ ਗਈ ਹੈ ਬਸੰਤ, ਔਰ ਬੜੀ ਖਿੜਖੜ ਆਉਂਦੀ। ਪਸ਼ੂ ਪੰਛੀ ਇਨਸਾਨ ਫੁੱਲ ਕੁੱਲ ਕੁਦਰਤ ਕਹਿ ਲੋ ਆਪਣੇ ਜੋਬਨ ਵਿੱਚ ਖਿੜੀ ਹੁੰਦੀ ਹੈ। ਬਾਣੀ ਵਿੱਚ ਗੁਰੂ ਮਹਾਰਾਜ ਜੀ ਨੇ ਆਖਿਆ, ਚੜਚੇਤ ਬਸੰਤ ਮੇਰੇ ਪਿਆਰੇ ਭਲੀਏ ਰੁੱਤੇ, ਇਹਨੂੰ ਭਲੀ ਰੁੱਤ ਕਹਿ ਕੇ ਆਖਿਆ। ਤੇ ਜਦੋਂ ਪਤਝੜ ਦਾ ਸਮਾਂ ਆਉਂਦਾ ਤੇ ਉਦੋਂ ਸਾਰੇ ਪੱਤੇ ਝੜ ਜਾਂਦੇ ਨੇ, ਇੱਕ ਵਾਰੀ ਸਾਰੇ ਪੱਤੇ ਝੜ ਗਏ, ਸ਼ਾਖਾਵਾਂ ਟਾਹਣੀਆਂ ਕੱਲੀਆਂ ਜੀਆਂ ਦਿਖਣੀਆਂ ਨੇ, ਉਹਨਾਂ ਦੀ ਆਇਡੈਂਟੀਟੀ ਕੋਈ ਨਹੀਂ ਹੁੰਦੀ। ਕੱਲੀਆਂ ਲੱਕੜਾਂ ਦੀ ਕੀ ਆਇਡੈਂਟੀਟੀ ਹੋਏਗੀ? ਕੁਦਰਤ ਨੇ ਇੱਕ ਐਸਾ ਵਰਦਾਨ ਦਿੱਤਾ, ਕਾਦਰ ਨੇ ਤਰਸ ਖਾਧਾ ਹੈ ਕਿ ਉਹਨਾਂ ਨੇ ਪਤਝੜ ਦੇ ਬਾਅਦ ਜਿਹੜੀਆਂ ਕੁਰਬਲਾਂ ਆਪਣੇ ਤਨ ਤੇ ਲਿਆਂਦੀਆਂ ਨਾ, ਨਿੱਕੇ ਨਿੱਕੇ ਪੱਤੇ ਆਏ, ਉਹਦੇ ਉੱਤੋਂ ਹੌਲੀ ਹੌਲੀ ਕਰਕੇ ਜਦੋਂ ਉਹਦਾ ਵੇਸ ਆਇਆ, ਤੇ ਵੇਸ ਨੂੰ ਜਦੋਂ ਸ਼ਾਖ ਨੂੰ ਵੇਸ ਮਿਲਿਆ ਨਾ, ਤੇ ਸਾਡੇ ਬਜ਼ੁਰਗਾਂ ਨੇ ਉਹਦਾ ਨਾਮ ਰੱਖ ਦਿੱਤਾ ਵੇਸਾਖ।
ਸ਼ਾਖ ਨੂੰ ਉਹਦੀ ਡਰੈਸ ਮਿਲ ਗਈ, ਉਹਦੀ ਆਇਡੈਂਟੀਟੀ ਮਿਲ ਗਈ। ਨਹੀਂ ਤੇ ਕਿਹਨੂੰ ਪਤਾ ਸੀ ਇਹਨੂੰ ਅੰਬ ਦਾ ਦਰਖਤ ਕਹੀਦਾ, ਆਹ ਨਿੰਮ ਹੈ, ਆਹ ਫਲਾਣਾ ਦਰਖਤ ਹੈ। ਉਹਦੀ ਆਇਡੈਂਟੀਟੀ, ਉਹਦਾ ਵੇਸ ਹੁੰਦੀ ਹੈ। ਵੈਸਾਖ ਭਲਾ ਸ਼ਾਖਾਂ ਵੇਸ ਕਰੇ, ਇਹ ਦੋ ਸ਼ਬਦਾਂ ਤੋਂ ਸਾਡੇ ਬਜ਼ੁਰਗਾਂ ਨੇ ਚੋਣ ਕਰ ਲਈ। ਸੁਭਾਵਕ ਕਿ ਪੰਜਾਬ ਦਾ ਖਿੱਤਾ ਤੁਸੀਂ ਅਗਰ ਵੇਖੋ, ਇਹ ਖੁਰਾਸਾਨ, ਅਫਗਾਨਿਸਤਾਨ ਤੇ ਇੱਧਰ ਦੇ ਜਿਹੜੇ ਇਹ ਸਾਰੇ ਇਲਾਕੇ ਨੇ, ਜਦੋਂ ਇਹ ਵੇਖਦੇ ਸਨ ਕਿ ਪੰਜਾਬ ਦੇ ਲੋਕ ਫਸਲ ਬੀਜ ਚੁੱਕੇ ਨੇ, ਫਸਲ ਪੱਕ ਚੁੱਕੀ ਹੈ, ਇਹਨਾਂ ਨੇ ਆਪਣੇ ਘੋੜਿਆਂ ਦੀਆਂ ਲਗਾਮਾਂ ਕੱਸ ਲੈਣੀਆਂ। ਪੰਜਾਬ ਦੇ ਖਿੱਤੇ ਵਿੱਚ ਜਾ ਕੇ ਇਹਨਾਂ ਨੇ ਸਾਰੀ ਫਸਲ ਵੱਢ ਕੇ ਤਬਾਹ ਕਰਕੇ ਆਪਣੇ ਖਿੱਤੇ 'ਚ ਲੈ ਜਾਣੀ। ਬਾਬੇ ਨਾਨਕ ਦੀ ਪਹਿਲਾਂ ਦੀ ਗੱਲ ਕਰ ਰਿਹਾ ਹਾਂ। ਪੰਜਾਬ ਉਦੋਂ ਵੀ ਵੱਸਦਾ ਸੀ, ਪਰ ਡਰੇ ਹੋਏ ਸਹਿਮੇ ਹੋਏ ਕਿਸਾਨ ਉਹ ਆਪਣੀ ਫਸਲ ਨੂੰ ਵੇਖ ਕੇ ਖਿੜਨ ਦੇ ਇਲਾਵਾ ਡਰਦੇ ਵੀ ਸਨ ਕਿ ਅਗਲਿਆਂ ਨੇ ਆ ਜਾਣਾ, ਸਭ ਕੁਝ ਲੈ ਜਾਣਾ ਲੁੱਟ ਕੇ। ਔਰ ਇਸ ਖੁੱਲ ਨੇ ਹੌਲੀ ਹੌਲੀ ਉਹਨਾਂ ਦਾ ਰਾਹ ਐਡਾ ਪੱਧਰਾ ਕਰ ਦਿੱਤਾ ਕਿ ਉਹਨਾਂ ਨੇ ਜਵਾਨੀਆਂ ਵੀ ਲੁੱਟੀਆਂ, ਧੀਆਂ ਬੱਚੀਆਂ ਵੀ ਲੁੱਟੀਆਂ, ਔਰ ਮੰਦਰ ਤੋੜ ਭੰਨ ਕਰਕੇ ਮੂਰਤੀ, ਸੋਨੇ ਚਾਂਦੀ, ਤਮਾਮ ਭਾਰਤ ਦੇ, ਹਿੰਦੁਸਤਾਨ ਦੇ ਤਮਾਮ ਸਰੋਤ ਅਗਲੇ ਆਪਣੇ ਖਿੱਤੇ 'ਚ ਲਿਜਾਂਦੇ ਰਹੇ। ਅਗਲਿਆਂ ਦੇ ਹੌਸਲੇ ਬੁਲੰਦ ਹੋ ਗਏ ਸਨ। ਪਰ ਪਤਝੜ ਦੇ ਬਾਅਦ ਆਖਿਰ ਕੁਦਰਤ ਨੇ ਵੈਸਾਖ ਤੇ ਲਿਆਉਣੀ ਸੀ। ਸਮਾਂ ਆ ਗਿਆ ਇੱਕ ਵੈਸਾਖ 1469 ਦਾ, ਬਾਬੇ ਨਾਨਕ ਦਾ, ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਉਸ ਧਰਤੀ ਤੇ ਆਗਮਨ ਹੋ ਗਿਆ। ਇੱਕ ਵੈਸਾਖ ਨੂੰ ਉਸ ਮੁਤਾਬਕ ਤਰੀਕ ਬਣਦੀ ਹੈ 15। ਅੱਜ 14 ਅਪ੍ਰੈਲ ਜਿਹੜੀ ਕਿ ਨਿਸ਼ਚਿਤ ਇਤਿਹਾਸਕ ਤਰੀਕਾਂ ਨੂੰ ਲੈ ਕੇ ਕੈਲੰਡਰ ਦੇ ਵਿੱਚ ਨਿਯਤ ਤਰੀਕ ਕਰ ਦਿੱਤੀ ਗਈ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਹੈ। ਤਮਾਮ ਇਤਿਹਾਸਕਾਰਾਂ ਨੇ ਇਸ ਬਾਰੇ ਲਿਖਿਆ। ਤੁਸੀਂ ਪੁਰਾਤਨ ਜਨਮ ਸਾਖੀ ਪੜ੍ਹ ਕੇ ਵੇਖ ਲਓ, ਵਿਸਾਖ ਵਿੱਚ ਗੁਰੂ ਨਾਨਕ ਸਾਹਿਬ ਦਾ ਆਗਮਨ ਹੈ। ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਪੜ੍ਹ ਲਓ, ਵਿਸਾਖ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੈ। ਵੈਰੋਵਾਲ ਪਿੰਡ ਦੀ ਸਾਖੀ ਉੱਥੋਂ ਦੀ ਵੀ ਲਿਖੀ ਗਈ, ਵੈਰੋਵਾਲ ਸਾਖੀ ਕਿਹਾ ਜਾਂਦਾ ਹੈ ਸਾਹਿਤ। ਵਿਸਾਖ ਦਾ ਜਨਮ ਮੰਨਿਆ ਗਿਆ। ਜਿਹੜਾ ਅਸੀਂ ਜਾ ਕੇ ਕੱਤਕ ਵਿੱਚ ਨਵੰਬਰ ਦੇ ਵਿੱਚ ਮਨਾਉਣਾ ਸ਼ੁਰੂ ਕੀਤਾ, ਇਹ ਅਸਲ ਦੇ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਸਾਰਾ ਵਿਗਾੜ ਹੋਣਾ ਸ਼ੁਰੂ ਹੋਇਆ। ਉੱਥੋਂ ਫਿਰ ਕਾਪੀਆਂ ਹੋਈਆਂ। ਪੰਜਾਬ ਦੀ ਧਰਤੀ ਤੇ ਵਿਸਾਖ ਦੇ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਚੇਤੇ ਕੀਤਾ ਜਾਂਦਾ ਸੀ। ਪਰ ਤੁਸੀਂ ਕਹੋਗੇ ਕੱਤਕ 'ਚ ਕਿਵੇਂ ਪਹੁੰਚ ਗਿਆ? ਸਵਾਲ ਹੈ ਆਪਣੇ ਆਪ ਦੇ ਵਿੱਚ। ਇਹ ਮੁੱਢਲੀ ਜੀ ਗੱਲ ਚੇਤੇ ਰੱਖਿਓ। ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦੇ ਸਨ ਗਿਆਨੀ ਸੰਤ ਸਿੰਘ। ਉਹਨਾਂ ਨੇ ਵੇਖਿਆ ਅੰਮ੍ਰਿਤਸਰ ਦੇ ਵਿੱਚ ਲੋਕ ਰਾਮ ਤੀਰਥ ਤੇ ਮੇਲਾ ਲਾਉਂਦੇ ਨੇ, ਤੇ ਉਹ ਕੱਤਕ ਦੇ ਮਹੀਨੇ ਦੇ ਵਿੱਚ ਆਉਂਦਾ। ਕੱਤਕ ਦੀ ਪੁੰਨਿਆਂ ਵਾਲੇ ਦਿਨ ਬੜਾ ਵੱਡਾ ਮੇਲਾ ਲੱਗਦਾ ਤੇ ਲੋਕ ਜਾਂਦੇ ਨੇ, ਤੇ ਸਿੱਖ ਵੀ ਹੌਲੀ ਹੌਲੀ ਜਾਣ ਲੱਗ ਪਏ ਨੇ। ਗਿਆਨੀ ਸੰਤ ਸਿੰਘ ਹੋਰਾਂ ਨੇ ਡਿਸੀਜਨ ਲੈ ਲਿਆ। ਉਹਨਾਂ ਨੇ ਆਖਿਆ ਅਸੀਂ ਕੱਤਕ 'ਚ ਬਾਬੇ ਨਾਨਕ ਦਾ ਪੁਰਬ ਐਲਾਨ ਕਰ ਦਿੰਦੇ ਆ, ਤਾਂ ਕਿ ਉੱਥੋਂ ਜਾਣੋਂ ਲੋਕੀ ਰੁਕ ਜਾਣ, ਰੋਕਣ ਲਈ। ਔਰ ਤੁਸੀਂ ਇਤਿਹਾਸ ਦੇ ਵਰਗੇ ਪੜ੍ਹ ਕੇ ਵੇਖ ਲਵੋ, ਨਨਕਾਣਾ ਸਾਹਿਬ ਵੀ ਬਕਾਇਦਾ ਇੱਕ ਕੱਤਕ ਵਿੱਚ ਬਹੁਤ ਬਾਅਦ ਵਿੱਚ ਜਾ ਕੇ ਉਹਨਾਂ ਨੇ ਰੰਭਿਆ। ਉਸ ਤੋਂ ਪਹਿਲਾਂ ਵਿਸਾਖ ਵਿੱਚ ਹੀ ਅਗਲੇ ਸੈਲੀਬ੍ਰੇਟ ਕਰਦੇ ਰਹੇ ਨੇ। ਹਰ ਦੁਨੀਆ ਦੀਆਂ ਕੌਮਾਂ ਦੇ ਵਿੱਚ ਇਹ ਕੁਝ ਤਬਦੀਲੀ ਆਈ, ਬਦਲਾਵ ਆਏ, ਫਿਰ ਮੁੜ ਕੇ ਸੁਧਾਰਵਾਦੀ ਉੱਥੇ ਤੇ ਸੁਧਾਰ ਵੀ ਬਹੁਤ ਹੁੰਦੇ ਰਹੇ। ਸਾਡੀ ਕੌਮ ਦੇ ਵਿੱਚ ਵੀ ਸਿੰਘ ਸਭਾ, ਗੁਰਦੁਆਰਾ ਸੁਧਾਰ ਲਹਿਰ, ਇਹ ਸਾਰੀਆਂ ਮੂਵਮੈਂਟ ਇਸੇ ਕਰਕੇ ਪੈਦਾ ਹੋਈਆਂ ਸਨ। ਖੈਰ ਅਜੇ ਬਹੁਤਾ ਸਮਾਂ ਵੀ ਨਹੀਂ ਇਸ ਵਿਸ਼ੇ ਨੂੰ ਛੇੜਨ ਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਆਗਮਨ ਹੋਇਆ ਤੇ ਭਾਈ ਗੁਰਦਾਸ ਜੀ ਨੇ ਆਖ ਦਿੱਤਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ। ਸਾਰੇ ਪੜੋ ਜੀ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਔਰ ਜਿਹੜਾ ਗੁਰੂ ਕਲਗੀਧਰ ਮਹਾਰਾਜ ਜੀ ਨੇ ਵਿਸਾਖ 1699 ਦੇ ਵਿੱਚ ਇਕੱਠ ਕੀਤਾ, ਉਹਨੂੰ ਵੀ ਅਸੀਂ ਵਿਸਾਖੀ ਕਹਿ ਕੇ ਮਨਾਉਂਦੇ ਹਾਂ। ਉਹਨੂੰ ਵੀ ਖਾਲਸਾ ਪ੍ਰਗਟ ਦਿਹਾੜਾ ਕਹਿੰਦੇ ਹਾਂ ਅਸੀਂ, ਪ੍ਰਗਟ ਦਿਹਾੜਾ। ਇਹ ਦੋਨਾਂ ਨੂੰ ਅਸੀਂ ਨਾਲ ਜੋੜਨਾ ਹੈ। ਅੱਜ ਵਿਸਾਖ ਤੋਂ ਵਿਸਾਖ ਦਾ ਇਤਿਹਾਸ, ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ। ਗੁਰੂ ਨਾਨਕ ਸਾਹਿਬ ਪ੍ਰਗਟ ਕਿੱਦਾਂ ਹੋਏ? ਕੀ ਗੁਰੂ ਨਾਨਕ ਸਾਹਿਬ ਦਾ ਜਦੋਂ ਆਗਮਨ ਹੋਇਆ, ਫਿਜ਼ੀਕਲੀ ਸਰੀਰਕ ਤੌਰ ਤੇ ਜਦੋਂ ਜਨਮ ਹੋਇਆ ਮਾਤਾ ਤ੍ਰਿਪਤਾ ਦੀ ਕੁੱਖ ਤੋਂ, ਪਿਤਾ ਕਲਿਆਣ ਜੀ ਦੇ ਘਰ, ਨਨਕਾਣੇ ਦੀ ਉਸ ਧਰਤੀ ਜਿਹਨੂੰ ਰਾਏ ਬੁਲਾਰ ਦੇ ਉਸ ਖੇਤੇ ਨੂੰ ਰਾਏ ਬੋਏ ਦੀ ਤਲਵੰਡੀ ਕਿਹਾ ਜਾਂਦਾ ਸੀ, ਜਦੋਂ ਗੁਰੂ ਮਹਾਰਾਜ ਆਏ, ਕਿ ਉਹ ਸੀ ਪ੍ਰਗਟ? ਸਤਿਗੁਰੂ ਨਾਨਕ ਪ੍ਰਗਟਿਆ? ਨਹੀਂ ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਆਪਣੀ ਵਿਚਾਰ ਕਰਕੇ, ਆਈਡੀਓਲੋਜੀ ਕਰਕੇ, ਅਸੂਲਾਂ ਕਰਕੇ, ਚਰਚਾਵਾਂ ਕਰਕੇ, ਸੱਚ ਤੇ ਖੜੇ ਹੋਣ ਕਰਕੇ ਉਹ ਪ੍ਰਗਟ ਹੁੰਦੇ ਚਲੇ ਗਏ। 9 ਸਾਲ ਦੀ ਉਮਰ ਵਿੱਚ ਜਦੋਂ ਘਰ 'ਚ ਫੰਕਸ਼ਨ ਹੋਇਆ ਕਿ ਜਨੇਊ ਪਾਉਣਾ, ਤੇ ਮਹਾਰਾਜ ਜੀ ਨੇ ਹਰ ਧਿਆਨ ਨਾਲ ਜਿਹੜੀ ਵਿਚਾਰ ਕੀਤੀ ਕਿ ਇਹ ਜਨੇਊ ਮੇਰੀ ਭੈਣ ਨੂੰ ਨਹੀਂ ਪਾਇਆ, ਗਰੀਬ ਗਰੀਬੜੇ ਨੂੰ ਨਹੀਂ ਪਾਇਆ ਜਾਂਦਾ, ਸ਼ੂਦਰ ਨੂੰ ਇਹਦੀ ਮਨਾਹੀ ਹੈ, ਇਹ ਵੰਡੀਆਂ ਪਾਉਂਦਾ, ਮੈਂ ਵੀ ਨਹੀਂ ਪਾਉਣਾ।
ਉਦੋਂ ਉਸ ਭਰੇ ਇਕੱਠ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਉਹਨਾਂ ਦੀ ਵਿਚਾਰ ਪ੍ਰਗਟ ਹੋਈ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਪ੍ਰਗਟ ਹੋਇਆ। ਜਦੋਂ ਗੁਰੂ ਨਾਨਕ ਸਾਹਿਬ ਹਰਿਦੁਆਰ ਗਏ ਤੇ ਉੱਥੇ ਪੁੱਠੇ ਵਾਲੇ ਪਾਸੇ ਪਾਣੀ ਦੇਣਾ ਸ਼ੁਰੂ ਕਰਤਾ। ਅਗਲੇ ਨੇ ਬਾਹੁੰ ਫੜ ਕੇ ਗੰਗਾ ਦੇ ਵਿੱਚ ਧੱਕਾ ਮਾਰਦਿਆਂ ਗੱਲ ਆਖੀ, ਸਦੀਆਂ ਤੋਂ ਲੋਕ ਸੂਰਜ ਵੱਲ ਪਾਣੀ ਦਿੰਦੇ ਆ ਰਹੇ ਨੇ, ਤੁਸੀਂ ਕਿੱਧਰ? ਮਹਾਰਾਜ ਨੇ ਆਖਿਆ, ਮੈਂ ਆਪਣੀ ਧਰਤੀ ਵੱਲ ਨੂੰ ਦੇ ਰਿਹਾ ਪਾਣੀ, ਸੁੱਕ ਨਾ ਜਾਏ ਮੇਰੀ ਫਸਲ। ਇੱਥੋਂ ਪਾਣੀ ਦਿੱਤਿਆਂ ਫਸਲਾਂ ਤੱਕ ਨਹੀਂ ਪਹੁੰਚਿਆ ਕਰਦੇ। ਮਹਾਰਾਜ ਕਹਿੰਦੇ, ਫਿਰ ਤੁਹਾਡਾ ਸੂਰਜ ਤੱਕ ਕਿਵੇਂ ਪਹੁੰਚ ਰਿਹਾ? ਪ੍ਰਗਟ ਹੋ ਗਏ ਗੁਰੂ ਨਾਨਕ ਸਾਹਿਬ। ਹਰਿਦੁਆਰ ਦੇ ਵਿੱਚ ਜਗਨਨਾਥਪੁਰੀ ਦੇ ਵਿੱਚ ਗਗਨ ਮੈਂ ਥਾਲ ਰਵ ਚੰਦੀਪਕ ਬਨੇ ਕਹਿ ਕੇ ਮਹਾਰਾਜ ਪ੍ਰਗਟ ਹੋ ਗਏ। ਮੁੱਕਦੀ ਗੱਲ, ਸੁਮੇਰ ਪਰਬਤ ਕਾਬਾ ਮੱਕਾ ਮਦੀਨਾ ਬਗਦਾਦ, ਮਹਾਰਾਜ ਕਿੱਥੇ ਕਿੱਥੇ ਨਹੀਂ ਗਏ। ਗੁਰੂ ਨਾਨਕ ਸਾਹਿਬ ਪ੍ਰਗਟ ਹੁੰਦੇ ਚਲੇ ਗਏ ਆਪਣੀ ਵਿਚਾਰਧਾਰਾ ਦੇ ਰਾਹੀਂ। ਸਤਿਗੁਰੂ ਨਾਨਕ ਪ੍ਰਗਟਿਆ। ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਚੀਜ਼ ਦੇਖੀ ਸਮਾਜ ਦੇ ਵਿੱਚ, ਧਿਆਨ ਦਿਓ ਜੀ, ਕਿਉਂਕਿ ਸਾਡੇ ਮਨਾਂ ਦੇ ਵਿੱਚ ਬੜੇ ਸਵਾਲ ਚੱਲਦੇ ਨੇ। ਕੀ ਲੋੜ ਪੈ ਗਈ ਸੀ ਇਹ ਖਾਲਸਾ ਬਣਾਉਣ ਦੀ? ਪੰਜ ਪਿਆਰੇ ਕੀ ਨੇ? ਇਹ ਦਸਮ ਪਾਤਸ਼ਾਹ ਤੱਕ ਦਾ ਸਫ਼ਰ ਕੀ ਕਹਿੰਦਾ ਹੈ? ਇਹ ਲੋੜ ਕੀ ਸੀ ਆਖਰ? ਇੰਨੇ ਮਜ਼ਹਬ, ਇੰਨੇ ਧਰਮ ਕਤਾਰਾਂ ਤੁਰੀਆਂ ਹੋਈਆਂ ਸਨ, ਭੀੜਾਂ ਦੀਆਂ ਭੀੜਾਂ ਨੇ ਉੱਥੇ ਮਜ਼ਹਬਾਂ ਦੀਆਂ। ਬਾਬੇ ਨਾਨਕ ਨੇ ਵੀ ਇੱਕ ਮਜ਼ਹਬ ਬਣਾ ਦਿੱਤਾ? ਨਹੀਂ ਗੁਰੂ ਪਿਆਰਿਓ, ਇਹ ਉਸ ਧਰਮ ਦੀ ਦੌੜ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਦੌੜ ਆਪਣੀ ਨਹੀਂ ਦੌੜਨੀ ਚਾਹੀ। ਇਹ ਕੁਝ ਹੋਰ ਗੱਲ ਸੀ ਅਸਲ ਦੇ ਵਿੱਚ। ਗੁਰੂ ਨਾਨਕ ਸਾਹਿਬ ਨੇ ਜਦੋਂ ਦੇਖਿਆ ਜਾ ਕੇ ਧਾਰਮਿਕ ਸਥਾਨਾਂ ਦੇ ਵਿੱਚ, ਮਹਾਰਾਜ ਮੱਠਾਂ ਦੇ ਵਿੱਚ ਗਏ, ਮਸਜਿਦਾਂ ਦੇ ਵਿੱਚ ਗਏ, ਮਹਾਰਾਜ ਮੰਦਰਾਂ ਦੇ ਵਿੱਚ ਗਏ, ਧਾਰਮਿਕ ਸਥਾਨਾਂ ਤੇ ਗਏ, ਤੀਰਥਾਂ ਤੇ ਮੇਲਿਆਂ ਦੇ ਇਕੱਠਾਂ ਦੇ ਵਿੱਚ ਗਏ, ਮਹਾਰਾਜ ਨੇ ਇੱਕੋ ਚੀਜ਼ ਹੀ ਉੱਥੇ ਵੇਖੀ ਕਿ ਉੱਥੇ ਇਨਸਾਨੀ ਜੀਵਨ ਦੀਆਂ ਕਦਰਾਂ ਕੀਮਤਾਂ ਲੋਪ ਹੋ ਚੁੱਕੀਆਂ ਨੇ। ਲੋਕਾਂ ਦੇ ਵਿੱਚ ਜਾਤ ਪਾਤ ਬੜੀ ਵੱਧ ਚੁੱਕੀ ਹੈ। ਹਉ ਤੇ ਹੰਕਾਰ ਦੇ ਵਿੱਚ ਲੋਕ ਭਰੇ ਪਏ ਨੇ। ਤੀਰਥ ਜਾਉਂ ਤਾਂ ਹਉ ਹਉ ਕਰਤੇ, ਪੰਡਤ ਪੁੱਛੂੰ ਤਾਂ ਮਾਇਆ ਰਾਤੇ, ਸੋ ਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਜਿੱਥੇ ਕੋਈ ਕੀਰਤੀ ਇਬਾਦਤ ਵੀ ਹੁੰਦੀ ਹੋਵੇ, ਮੈਨੂੰ ਉਹ ਵੀ ਜਗ੍ਹਾ ਦਿਖਾ ਦੇਵੋ। ਗੁਰੂ ਨਾਨਕ ਮਹਾਰਾਜ ਸਿੱਧਾਂ ਨਾਲ, ਜੋਗੀਆਂ ਨਾਲ, ਉਸ ਵੇਲੇ ਤੇ ਸੰਨਿਆਸੀ ਤੇ ਸਰੇਵੜਿਆਂ ਨਾਲ ਸੰਵਾਦ ਰਚ ਗਏ। ਮਹਾਰਾਜ ਕੁਝ ਕੱਢਣਾ ਚਾਹੁੰਦੇ ਸਨ। ਉਹਨਾਂ ਨੇ ਵੇਖਿਆ, ਜਿਹੜਾ ਭਾਈ ਗੁਰਦਾਸ ਕਹਿੰਦੇ ਨੇ ਨਾ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਿਆਈ। ਉਹ ਜਲਤੀ ਦਾ ਅਰਥ ਨਹੀਂ ਕਿ ਅੱਗ ਲੱਗ ਗਈ ਸੀ ਸਾਰੇ ਪਾਸੇ। ਉੱਥੇ ਜਲਤੀ ਦਾ ਅਰਥ ਹੈ ਘਰਾਂ ਦੇ ਵਿੱਚ ਕਲੇਸ਼, ਧਾਰਮਿਕ ਸਥਾਨਾਂ ਦੇ ਵਿੱਚ ਖੋਹ ਖਪਟੀ, ਧਾਰਮਿਕ ਆਗੂ ਲੁੱਟ ਰਹੇ ਨੇ, ਰਾਜਸੀ ਲੋਕ ਧੱਕਾ ਵਧੀਕੀ ਤੇ ਜ਼ੁਲਮ ਦੀਆਂ ਇੰਤਹਾ ਕਰ ਰਹੇ ਨੇ। ਗੁਰੂ ਨਾਨਕ ਬਾਬੇ ਨੇ ਵੇਖਿਆ ਕਿ ਇੱਥੇ ਕਾਦੀ ਕੂੜ ਬੋਲ ਮਲਖਾਏ, ਬਾਹਮਣ ਨਾਵੇਂ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਬਾਬੇ ਨਾਨਕ ਨੇ ਵੇਖਿਆ ਇੱਥੇ ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈਨ ਜਪਮਾਲੀ, ਧਾਨ ਮਲੇਛਾਂ ਖਾਈ। ਮਹਾਰਾਜ ਕਹਿੰਦੇ ਨੇ ਅੰਤਰ ਪੂਜਾ ਪੜੇ ਕਤੇਬਾ, ਸੰਜਮ ਤੁਰਕਾ ਭਾਈ, ਛੋਡੀ ਲੈ ਪਖੰਡਾ, ਨਾਮ ਲੈ ਜਾਏ ਧਰਮਦਾਏ। ਪਖੰਡ ਵੇਖੇ ਬਾਬੇ ਨਾਨਕ ਨੇ। ਜਿਨ੍ਹਾਂ ਨੂੰ ਖੱਤਰੀ ਕਿਹਾ ਜਾਂਦਾ ਸੀ ਨਾ ਕਿ ਇਹ ਮਾਰਸ਼ਲ ਆਰਟ ਦੇ ਮਾਸਟਰ ਨੇ ਭਾਰਤੀ ਖਿੱਤੇ ਵਿੱਚ, ਮਹਾਰਾਜ ਕਹਿੰਦੇ ਨੇ ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ। ਬੋਲੀ ਹੋਰ ਬੋਲਣ ਲੱਗ ਪਏ ਅਗਲੇ। ਖੱਤਰੀ ਵੀ ਜਦੋਂ ਘਰੋਂ ਤੁਰਦੇ ਸਨ, ਆਪਣੀ ਔਲਾਦ ਨੂੰ ਕੰਨ ਵਿੱਚ ਫੂਕ ਮਾਰ ਕੇ ਕਹਿੰਦੇ ਸਨ, ਬਾਜ਼ਾਰ ਵਿੱਚ ਚੱਲਿਓ ਧਿਆਨ ਰੱਖਿਓ, ਪਿਤਾ ਪਿਤਾ ਨਹੀਂ ਕਹਿਣਾ, ਅੱਬਾ ਹਜ਼ੂਰ ਕਿਉਂ ਮੈਨੂੰ। ਆਪਣੀ ਮਾਂ ਨੂੰ ਮਾਂ ਨਹੀਂ ਕਹਿਣਾ, ਉਹਨੂੰ ਇਸਲਾਮਿਕ ਬੋਲੀ ਦੇ ਵਿੱਚ ਹੀ ਪੁਕਾਰਨਾ। ਤੁਸੀਂ ਇਸਲਾਮਿਕ ਬੋਲੀ ਬੋਲਣੀ ਹੈ ਤੁਸੀਂ। ਆਪਣੇ ਬੱਚਿਆਂ ਨੂੰ ਅਗਲਿਆਂ ਨੇ ਪਕਾ ਦਿੱਤਾ। ਮਹਾਰਾਜ ਕਹਿੰਦੇ ਨੇ ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ। ਭਾਖਿਆ ਕਹਿੰਦੇ ਨੇ ਲੈਂਗੁਏਜ ਨੂੰ, ਬੋਲੀ ਨੂੰ। ਬੋਲੀ ਵੀ ਗਈ ਅਗਲਿਆਂ ਦੀ। ਗੁਲਾਮੀ ਦੀਆਂ ਇੰਤਹਾ ਸਨ ਉਸ ਵੇਲੇ, ਜਿਹਨੂੰ ਇਹ ਕਹਿ ਲੋ ਦਾਸ ਪ੍ਰਥਾ ਚੱਲੀ, ਸਤੀ ਪ੍ਰਥਾ ਦੀ ਇੰਤਹਾ ਔਰਤਾਂ ਹੰਢਾ ਰਹੀਆਂ ਸਨ। ਕੀ ਕੁਝ ਨਹੀਂ ਸੀ ਹੋਇਆ ਉਸ ਖਿੱਤੇ ਦੇ ਵਿੱਚ। ਘਰ ਘਰ ਦੇ ਵਿੱਚ ਮਹਾਰਾਜ ਜੀ ਨੇ ਵੇਖਿਆ ਤੇ ਰੰਨਾਂ ਹੋਈਆਂ ਬੋਦੀਆਂ, ਪੁਰਸ਼ ਹੋਏ ਸਯਾਦ। ਔਰਤਾਂ ਕਹਿੰਦੀਆਂ ਨੇ ਨਿਸ਼ਾਨਾ ਤੂੰ ਲਾਉਣਾ, ਦੱਸਾਂਗੀ ਮੈਂ। ਰੰਨਾਂ ਹੋਈਆਂ ਬੋਦੀਆਂ, ਪਲਾਨਿੰਗ ਕੌਣ ਕਰ ਰਿਹਾ ਹੈ? ਪੁਰਸ਼ ਹੋਏ ਸਯਾਦ, ਸੀਲ ਸੰਜਮ ਸੁਚ ਭੰਨੀ, ਖਾਣਾ ਖਾਜ ਆਹਾਜ, ਸ਼ਰਮ ਗਿਆ ਖਰੇ ਆਪਣੇ, ਪੱਤ ਉੱਠ ਚੱਲੀ ਨਾਲ। ਮਹਾਰਾਜ ਕਹਿੰਦੇ ਨੇ ਸਭ ਕੁਝ ਖਤਮ ਹੋ ਰਿਹਾ ਹੈ, ਦੀਨ ਈਮਾਨ ਮੁੱਕ ਰਿਹਾ, ਲੋਕਾਂ ਦਾ ਰੱਬ ਤੋਂ ਧਰਮ ਤੋਂ ਵਿਸ਼ਵਾਸ ਉੱਠ ਜਾਏਗਾ। ਇਦਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਸੰਕਲਪ ਧਾਰਨ ਕੀਤਾ। ਉਹ ਸੰਕਲਪ 1699 ਦੇ ਵਿੱਚ ਕਲਗੀਧਰ ਮਹਾਰਾਜ ਜੀ ਨੇ ਜਾ ਕੇ ਜ਼ਾਹਰ ਕੀਤਾ ਸੀ, ਪ੍ਰਗਟ ਕੀਤਾ ਸੀ। 239 ਸਾਲ ਲੱਗੇ ਉਸ ਕਿਸਾਨ ਨੂੰ ਧਰਤੀ ਤਿਆਰ ਕਰਕੇ, ਮੁੜ ਕੇ ਕੰਕਰ ਪੱਥਰ ਵਿੱਚੋਂ ਚੁੱਕ ਕੇ ਬਾਹਰ ਮਾਰੇ ਤੇ ਉਸ ਫਸਲ ਦੇ ਵਿੱਚ ਬੀਜ ਬੀਜ ਕੇ ਧਰਤੀ ਦੀ ਹਿੱਕ ਵਿੱਚ ਬੀਜ ਪਾਇਆ। ਉਹਨੂੰ ਵੱਡਿਆਂ ਹੁੰਦਿਆਂ ਬਾਬਾ ਉਡੀਕ ਰਿਹਾ ਸੀ।
ਔਰ ਤੁਸੀਂ ਕਦੀ ਕਿਸਾਨ ਦੀ ਜ਼ਿੰਦਗੀ ਵੇਖਿਓ। ਮੈਂ ਬਾਣੀ ਚੋਂ ਹਵਾਲੇ ਲੈਣਾ ਚਾਹੁੰਦਾ। ਮਹਾਰਾਜ ਕਹਿੰਦੇ ਨੇ, ਏਕ ਬਗੀਚਾ ਪੇੜ ਘਨ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ, ਆਸ ਪਾਸ ਵਿਖੁਆ ਕੇ ਕੁੰਟਾ, ਬੀਚ ਅੰਮ੍ਰਿਤ ਹੈ ਭਾਈ ਰੇ। ਕਿਸਾਨ ਕੱਲਾ ਬੀਜ ਪਾ ਕੇ ਸੌ ਨਹੀਂ ਜਾਂਦਾ, ਉਹ ਦੋ ਕੰਮ ਕਰਦਾ ਜੋ ਗੁਰੂ ਬਾਬੇ ਨੇ ਵੀ ਕੀਤਾ। ਉਹ ਕੀ ਕਰਦਾ? ਉਦਮੀ ਹੁੰਦਾ ਤੇ ਆਪਣੀ ਫਸਲ ਦਾ, ਆਪਣੇ ਬੀਜ ਦਾ ਰਖਵਾਲਾ ਹੋਣ ਲਈ ਇੱਕ ਤੇ ਉਹ ਇਹ ਕਰਦਾ ਕਿ ਆਪਣੇ ਬੀਜੇ ਹੋਏ ਬੀਜ ਨੂੰ ਵੱਡਿਆਂ ਹੋਣ ਲਈ ਜਿਹੜੀ ਲੋੜੀਂਦੀਆਂ ਚੀਜ਼ਾਂ ਨੇ ਸਮੇਂ ਮੁਤਾਬਕ ਪ੍ਰੋਵਾਈਡ ਕਰਾਉਂਦਾ। ਸਮੇਂ ਦੀ ਜਿਹੜੀ ਲੋੜ ਹੋਏਗੀ ਉਹਨੂੰ ਪ੍ਰੋਵਾਈਡ ਕਰਾਏਗਾ ਕਿਸਾਨ। ਤੇ ਦੂਜੀ ਚੀਜ਼ ਹੋਏਗੀ, ਆਸ-ਪਾਸ ਜਿਹੜੀ ਘਾਹ ਨਦੀਨ ਉੱਗੇਗਾ ਉਹਨੂੰ ਪੁੱਟੇਗਾ। ਉਹ ਆਪਣੇ ਇੱਕ ਬੀਜ ਨੂੰ ਬਚਾਉਣ ਲਈ ਉਹ तमाम ਘਾਹ ਦੇ ਬੂਟੇ ਹੱਥੀਂ ਪੁੱਟ ਦਿੰਦਾ ਹੈ। ਉਹ ਚਾਹੁੰਦਾ ਕਿ ਇਹ ਜ਼ਹਿਰ ਮੇਰੇ ਬੀਜੇ ਹੋਏ ਬੀਜ ਦੇ ਨੇੜੇ ਨਾ ਪਹੁੰਚ ਜਾਏ। ਆਸ-ਪਾਸ ਵਿਖੁਆ ਕੇ ਕੁੰਟਾ, ਬੀਜ ਅੰਮ੍ਰਿਤ ਹੈ ਭਾਈ ਰੇ। ਤੇ ਬੀਜਣ ਵਾਲਾ ਕੌਣ ਹੈ? ਮਹਾਰਾਜ ਨੇ ਬਾਣੀ ਚ ਆਖਿਆ, ਪੇੜ ਏਕ ਸ਼ਾਖ ਤੇਰੀ ਫੂਲੀ, ਤੂੰ ਸੁਖਮ ਹੁਆ ਸਥੂਲੀ। ਤੂੰ ਤੇ ਆਪ ਹੀ ਬੜਾ ਵੱਡਾ ਦਰਖਤ ਹੈ। ਵਿਸਾਖ ਭਲਾ ਸ਼ਾਖਾਂ ਵੇਸ ਕਰੇ, ਜਿਹਨੂੰ ਬਹੁਤ ਵਧੀਆ ਕਿਸਮ ਦੇ ਪੱਤੇ ਆਉਣੇ, ਫਲ ਫੁੱਲ ਲੱਗਣੇ ਤੇ ਘਨੇਰੀ ਛਾਂ ਦੁਨੀਆ ਨੂੰ ਦੇਗਾ। ਗੁਰੂ ਨੇ ਇਹੀ ਕੀਤਾ। ਗੁਰੂ ਨੇ ਸੰਕਲਪ ਧਾਰਨ ਕਰ ਲਿਆ ਆਪਣੇ ਅੰਦਰ ਕਿ ਇੱਥੇ ਇਨਸਾਨੀ ਜੀਵਨ ਮੁੱਕ ਰਿਹਾ, ਉਹਦੀਆਂ ਕਦਰਾਂ ਕੀਮਤਾਂ ਤੇ ਗੁਣਾਂ ਤੋਂ ਖਾਲੀ ਹੁੰਦੇ ਜਾ ਰਹੇ ਨੇ ਜੀਵਨ। ਇੱਥੇ ਅਮੀਰ ਤਾਂ ਬਹੁਤ ਵੱਡੇ ਸਨ। ਤੁਸੀਂ ਵੇਖੋ, ਅਹਿਮਦਾਬਾਦ ਦੀ ਧਰਤੀ ਤੇ ਬਹੁਤ ਵੱਡੇ ਅਮੀਰ ਸਨ ਉਸ ਵੇਲੇ ਦੇ ਲੋਕ। ਬਾਬਰ ਆਇਆ, ਚੰਦ ਮਿੰਟਾਂ ਦੀ ਘੜੀ ਸੀ, ਉਹਨਾਂ ਦੀਆਂ ਔਰਤਾਂ ਮਿੱਟੀ ਦੇ ਵਿੱਚ ਰੋਲ ਗਿਆ, ਉਹਨਾਂ ਦੇ ਵਾਲ ਕੱਟ ਸੁੱਟੀ ਗਿਆ। ਮਹਾਰਾਜ ਨੇ ਬਾਣੀ ਦੇ ਵਿੱਚ ਸ਼ਬਦ ਲਿਖੇ ਨੇ। ਮਹਾਰਾਜ ਕਹਿੰਦੇ ਨੇ, ਇੱਥੇ ਜਿਨਸਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਰਕਾਤੀ ਮੁਨੀਅਨ ਗਲ ਵਿੱਚ ਆਵੇਂ ਧੂਰ। ਕਹਾਂ ਸੋ ਖੇਲ ਤਬੇਲਾ ਘੋੜੇ, ਕਹਾਂ ਭੇਰੀ ਸਹਿਨਾਈ। ਐਸ਼ ਪ੍ਰਸਤੀ ਦੇ ਜਿਹੜੇ ਸਾਧਨ ਸਨ ਤੁਹਾਡੇ ਕੋਲ, ਘੋੜੇ ਗੱਡੀਆਂ, ਆ ਘਰ ਬਾਰ, ਖਾਣ ਪੀਣ ਨੂੰ ਘਾਟ ਨਹੀਂ, ਮੈਨੂੰ ਦਿਖਾਓਗੇ ਉਹ ਸਾਰਾ ਕਿੱਥੇ ਵੇ ਅੱਜ ਜਿੱਤੇ ਮਾਣ ਕਰਦੇ ਸੋ। ਖੇਲ ਸੋ ਕਹਾਂ ਸੋ ਖੇਲ ਤਬੇਲਾ ਘੋੜੇ, ਕਹਾਂ ਭੇਰੀ ਸਹਿਨਾਈ, ਕਹਾਂ ਸੋ ਆਰਸੀਆਂ ਮੂੰਹ ਬੰਕੇ। ਆਰਸੀ ਕਹਿੰਦੇ ਸ਼ੀਸ਼ੇ ਨੂੰ, ਤੇ ਮੂੰਹ ਸੋਹਣੇ ਜਿਹੜੇ ਸ਼ੀਸ਼ਾ ਵੇਖ ਨਹੀਂ ਸਨ ਥੱਕਦੇ, ਉਹ ਸ਼ੀਸ਼ੇ ਵਿਖਾਓ ਤੇ ਉਹ ਮੂੰਹ ਵਿਖਾਓ। ਕਹਾਂ ਸੋ ਆਰਸੀਆਂ ਮੂੰਹ ਬੰਕੇ, ਇੱਥੇ ਦਿਸੇ ਨਹੀਂ। ਸਭ ਰੁਲ ਗਿਆ ਜੀ। ਔਰ ਇਹਦਾ ਕਾਰਨ ਪਤਾ ਕੀ ਹੋਇਆ? ਮਹਾਰਾਜ ਨੇ ਉਹਦਾ ਕਾਰਨ ਜਾ ਕੇ ਆਪ ਲੱਭਿਆ ਐਮਨਾਬਾਦ ਦੀ ਧਰਤੀ ਤੇ। ਉਹ ਕਾਰਨ ਸੀ, ਧਨ ਜੋਬਨ ਦੋਏ ਵੈਰੀ ਹੋਏ, ਰਖੇ ਜਿਨੀ ਰਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ। ਜਿਹੜਾ ਸਮਾਦ ਐਸ਼ ਪ੍ਰਸਤੀ ਦੇ ਵਿੱਚ ਸੌਂ ਜਾਏ ਨਾ, ਇਹ ਮਾਇਆ ਦੀ ਕਠਪੁਤਲੀ ਬਣ ਕੇ ਰਹਿ ਜਾਏ, ਇਹ ਕਮਜ਼ੋਰ ਪੈ ਜਾਂਦਾ ਹੈ, ਇਹ ਗੁਲਾਮੀ ਹੰਡਾਉਂਦਾ ਹੈ, ਇਹ ਜ਼ਬਰ ਤੇ ਜ਼ੁਲਮ ਇਹ ਸਹਿਣ ਵਾਲਾ ਬਣ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਮੱਸਿਆਵਾਂ ਸਮਾਜ ਦੇ ਹਰ ਪੱਖ ਤੋਂ ਵੇਖੀਆਂ। ਸੰਕਲਪ ਬੜਾ ਵੱਡਾ ਸੀ ਕਿ ਇੱਕ ਐਸਾ ਮਨੁੱਖ ਇਸ ਧਰਤੀ ਤੇ ਸਿਰਜੀ ਜਿਹੜਾ ਉਦਾਹਰਣ ਬਣ ਜਾਏ, ਉਦਾਹਰਣ ਹੋਣਾ ਚਾਹੀਦਾ। ਉਹਦੇ ਲਈ ਗੁਰੂ ਬਾਬੇ ਨੇ ਬੜੀ ਮਿਹਨਤ ਤੇ ਮਸ਼ੱਕਤ ਕੀਤੀ। ਆਪ ਗੁਰੂ ਮਹਾਰਾਜ ਨੇ ਕਰਤਾਰਪੁਰ ਦੀ ਧਰਤੀ ਤੇ ਆਪ ਵਸੇਬਾ ਕੀਤਾ, ਲੋਕਾਂ ਨੂੰ ਆਖਿਆ ਇੱਥੇ ਆ ਕੇ ਵਸੋ, ਆਓ ਰਲ ਮਿਲ ਕੇ ਇੱਕ ਨਗਰ ਡਿਵੈਲਪ ਕਰੀਏ, ਇੱਕ ਨਵਾਂ ਸਮਾਜ ਸਿਰਜੀਏ, ਇੱਕ ਨਵੀਂ ਜੀਵਨ ਘਾੜਤ ਲੋਕਾਂ ਨੂੰ ਦਈਏ। ਇੱਥੇ ਕਿਰਤ ਕਿਹਨੂੰ ਕਹਿੰਦੇ ਨੇ, ਵੰਡ ਛਕਣਾ ਕਿਹਨੂੰ ਕਹਿੰਦੇ ਨੇ, ਨਾਮ ਕੀ ਹੈ ਪਰਮੇਸ਼ਵਰ ਅਕਾਲ ਪੁਰਖ ਜੀ ਦਾ। ਲੋਕ ਆ ਕੇ ਵਸ ਗਏ, ਕਰਤਾਰਪੁਰੀ ਹੋ ਗਏ। ਇਹ ਬਾਰਡਰ ਤੇ ਬੈਠੇ ਸਨ। ਮਹਾਰਾਜ ਨੇ ਆਖਿਆ ਹੁਣ ਖੁਰਾਸਾਨ ਦੇ ਲੋਕ, ਅਫਗਾਨ ਦੇ ਲੋਕ ਇਸ ਹੱਦ ਤੋਂ ਬਾਅਦ ਟੱਪਣ ਲੱਗਿਆਂ ਸੋਚਣਗੇ ਹੁਣ ਕਰਤਾਰਪੁਰ ਤੋਂ। ਔਰ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ, ਬੜੀ ਲੰਮੀ ਤਵਾਰੀਖ ਹੈ, ਸਮਾਂ ਨਹੀਂ ਕਿ 10 ਪਾਤਸ਼ਾਹੀਆਂ ਤੱਕ ਜਿਹੜੀ ਲੋੜ ਪਈ ਨਾ ਉਸ ਫਸਲ ਨੂੰ ਮਹਾਰਾਜ ਨੇ ਕਿਲੇ ਬਣਾ ਕੇ ਦੇ ਦਿੱਤੇ। ਅਕਾਲ ਤਖਤ ਦੀ ਲੋੜ ਪਈ, ਅਕਾਲ ਤਖਤ ਦੇ ਦਿੱਤਾ। ਮੀਰੀ ਪੀਰੀ ਦੀ ਲੋੜ ਪਈ, ਮਹਾਰਾਜ ਨੇ ਮੀਰੀ ਪੀਰੀ ਦਾ ਐਲਾਨ ਕਰ ਦਿੱਤਾ। ਮਹਾਰਾਜ ਨੇ ਆਖਿਆ ਮੈਦਾਨੇ ਜੰਗ ਵਾਸਤੇ ਤਿਆਰੀ ਕਰ ਲਵੋ। ਜੇ ਕੁਰਬਾਨੀ ਦੀ ਲੋੜ ਹੈ, ਮਹਾਰਾਜ ਨੇ ਆਖਿਆ ਕੁਰਬਾਨੀ ਅਸੀਂ ਦੇ ਕੇ ਪਹਿਲਾਂ ਤੁਰਾਂਗੇ। ਗੁਰੂ ਅਰਜਨ ਸਾਹਿਬ ਨੇ 1606 ਦੇ ਵਿੱਚ ਆਪ 6ਵੇਂ ਨਾਨਕ ਰੂਪ ਦੇ ਵਿੱਚ ਤੱਤੀ ਤਵੀ ਤੇ ਬਹਿ ਕੇ ਗਰਮ ਰੇਤ ਸਿਰ ਤੇ ਪਵਾ ਕੇ ਉਬਲਦੇ ਪਾਣੀ ਦੇ ਵਿੱਚ ਭਾਈ ਦਿਆਲੇ ਵਾਸਤੇ ਆਪਣੀ ਉਦਾਹਰਣ ਮਹਾਰਾਜ ਪਹਿਲਾਂ ਸਿਰਜ ਰਹੇ ਨੇ। ਭਾਈ ਦਿਆਲਾ ਤੇ ਅਜੇ ਗੁਰੂ ਤੇਗ ਬਹਾਦਰ ਵੇਲੇ ਉਬਲੇਗਾ। ਆਪ ਮਹਾਰਾਜ ਅਭਿਆਸ ਕਰਾ ਰਹੇ ਨੇ ਉਸ ਵੇਲੇ ਲੋਕਾਂ ਨੂੰ, ਇੱਕ ਜਜ਼ਬਾ ਦੇ ਰਹੇ ਨੇ। ਐਸੀ ਅਣਖ ਪੈਦਾ ਹੋਈ ਲੋਕਾਂ ਦੇ ਵਿੱਚ, ਜਿਹੜੇ ਲੋਕਾਂ ਦੇ ਗਲਾਂ 'ਚ ਠੂਠੇ ਪਏ ਸਨ ਨਾ, ਤੁਸੀਂ ਧਰਤੀ ਤੇ ਥੁੱਕ ਵੀ ਨਹੀਂ ਸਕਦੇ, ਉਹ ਹਮੇਸ਼ਾ ਸਵਾਹ ਪਾ ਕੇ ਆਪਣੇ ਠੂਠੇ 'ਚ ਤੁਰ ਕੇ ਜਾਂਦੇ ਸਨ। ਉਹ ਲੋਕ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਸਰਕਾਰਾਂ ਨੂੰ ਘੂਰ ਕੇ ਬੋਲਣ ਲੱਗ ਪਏ, ਰਾਜੇ ਸ਼ੀਂ ਮੁਕੱਦਮ ਕੁੱਤੇ।
ਉਹਨਾਂ ਲੋਕਾਂ 'ਚ ਕੈਸੀ ਅਣਖ ਤੇ ਗੈਰਤ ਭਰ ਦਿੱਤੀ 10 ਪਾਤਸ਼ਾਹੀਆਂ ਦੇ ਰਾਹੀਂ ਕਿ ਉਹਨਾਂ ਨੇ ਹਰ ਇੱਕ ਸਫ਼ਰ ਤੈਅ ਕੀਤਾ, ਹਰ ਇੱਕ ਮੁਕਾਮ ਉਹਨਾਂ ਨੇ ਤੈਅ ਕਰ ਛੱਡਿਆ। ਬੜਾ ਕੁਝ ਸਿਰਜਿਆ, ਬੜਾ ਕੁਝ ਬਣਾ ਦਿੱਤਾ ਉਹਨਾਂ ਨੇ। ਲੋਕਾਂ 'ਚ ਹੌਸਲੇ ਭਰੇ। ਤੁਸੀਂ ਵੇਖੋ 2.5-3 ਕਰੋੜ ਨਾਨਕ ਨਾਮ ਲੇਵਾ ਸਿੱਖ ਬਣ ਗਏ। ਨਗਰ ਡਿਵੈਲਪ ਹੋਏ, ਕਿਤੇ ਕਿਰਤਪੁਰ, ਕਿਤੇ ਗੋਇੰਦਵਾਲ, ਤਰਨ ਤਾਰਨ, ਦਰਬਾਰ ਸਾਹਿਬ ਜਿਹਨੂੰ ਅੱਜ ਅਸੀਂ ਅੰਮ੍ਰਿਤਸਰ ਕਹਿੰਦੇ ਆ, ਆਨੰਦਪੁਰ, तमाम नगर और नगर वासी गुरु कलगीधर महाराज जी ने अखीर दे विच जाके, क्योंकि विसाख ये सैलीब्रेट सिੱਖੀ ਦੇ ਵਿੱਚ ਹੁੰਦੀ ਆ ਰਹੀ ਸੀ। गुरु अमरदास जी ਦੇ ਵੇਲੇ ਇੱਕ ਸਿੱਖ ਹੋਇਆ ਭਾਈ ਪਾਰੋ ਨਾਂ ਦਾ। ਉਹਨਾਂ ਨੇ ਮਹਾਰਾਜ ਨਾਲ ਵਿਚਾਰ ਕਰਕੇ ਆਗਿਆ ਮੰਗੀ, ਸਤਿਗੁਰੂ ਸਿੱਖ ਚਾਹੁੰਦੇ ਨੇ ਸੰਗਤ ਕਰਨਾ, ਬਣਦਾ ਹੋਇਆ ਦਸਵੰਧ ਲੈ ਕੇ ਆਉਣਾ। ਮਹਾਰਾਜ ਸਾਲ ਦੇ ਵਿੱਚ ਘੱਟੋ ਘੱਟ 2 ਇਕੱਠ ਤਾਂ ਚਾਹੀਦੇ ਨੇ। ਪਹਿਲਾਂ ਇੱਕ ਇਕੱਠ ਹੁੰਦਾ ਆ ਰਿਹਾ ਸੀ, ਇੱਕ ਵਿਸਾਖ ਦੇ ਵਿੱਚ ਉਹਨਾਂ ਨੇ ਨਿਸ਼ਚਿਤ ਕਰਤਾ ਗੁਰੂ ਅਮਰਦਾਸ ਜੀ ਨੇ ਕਿ ਹਰ ਵਿਸਾਖ ਦੇ ਵਿੱਚ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਬੈਠਾ ਗੋਇੰਦਵਾਲ ਪਹੁੰਚੋ। ਉਹ ਆਪਣੇ ਦਸਵੰਧ, ਆਪਣੀਆਂ ਜਵਾਨੀਆਂ, ਆਪਣੇ ਵੱਲੋਂ ਜੋ ਹੋ ਸਕਦਾ ਸੀ ਲੈ ਕੇ ਪਹੁੰਚਿਆ ਕਰਦੇ ਸਨ। ਲਗਾਤਾਰ ਵਿਸਾਖ ਤੇ ਇਕੱਠ ਹੁੰਦੇ ਗਏ। ਦਸਮ ਪਾਤਸ਼ਾਹ ਜੀ ਨੇ ਵੀ 1699 ਦੇ ਵਿੱਚ ਆਨੰਦਪੁਰ ਦੇ ਵਿੱਚ ਕੌਮ ਨੂੰ ਆਵਾਜ਼ ਮਾਰ ਕੇ ਇੱਕ ਵੱਡਾ ਇਕੱਠ ਕੀਤਾ ਕਿ ਆਓ ਬਾਬੇ ਨਾਨਕ ਦੇ ਪ੍ਰਕਾਸ਼ ਨੂੰ, ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਇਕੱਠੇ ਹੋਈਏ। ਔਰ ਦੇਖੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੱਜ ਦੇ ਹੀ ਦਿਨ ਇਸੇ ਘੜੀ, ਇਸੇ ਸਮੇਂ ਵਕਤ ਦੇ ਵਿੱਚ ਮਹਾਰਾਜ ਨੇ ਹਜ਼ਾਰਾਂ ਦਾ ਇੱਕ ਇਕੱਠ ਕੀਤਾ। ਔਰ ਤੁਸੀਂ ਇਤਿਹਾਸ ਦੇ ਵਰਕੇ 'ਚ ਪੜ੍ਹੋ ਕਿ ਕਲਗੀਧਰ ਮਹਾਰਾਜ ਜੀ ਨੇ ਹੱਥ ਦੇ ਵਿੱਚ ਇੱਕ ਨੰਗੀ ਕਿਰਪਾਨ ਫੜੀ ਹੋਈ ਹੈ ਔਰ ਬੜਾ ਅਜੀਬ ਜਿਹਾ ਦ੍ਰਿਸ਼ ਬਣਿਆ ਹੋਇਆ। ਲੋਕ ਸਮਝ ਨਹੀਂ ਪਾ ਰਹੇ, ਕੁਝ ਜਿਹੜੇ ਨਵੇਂ ਨਵੇਕਲੇ ਆਏ ਸਨ ਤੇ ਪੁਰਾਤਨ ਜਿਹੜੇ ਨਾਲ ਜੁੜੇ ਸਨ, ਅੱਜ ਹੋਣਾ ਕੀ ਹੈ। ਕਲਗੀਧਰ ਮਹਾਰਾਜ ਜੀ ਨੇ ਉੱਥੇ ਤੁਸੀਂ ਵੇਖੋ, ਇਹ ਨਹੀਂ ਆਖਿਆ ਭਾਈ ਦਇਆ ਸਿੰਘ ਜੀ ਉੱਤੇ ਆ ਜਾਓ, ਭਾਈ ਦਇਆ ਰਾਮ ਜੀ ਉਹ ਤੁਸੀਂ ਉੱਤੇ ਆ ਜਾਓ, ਨਹੀਂ। ਅਸੀਂ ਕਹਿਣ ਨੂੰ ਇਹ ਜ਼ਰੂਰ ਕਹਿੰਦੇ ਹਾਂ ਕਿ ਗੁਰੂ ਮਹਾਰਾਜ ਜੀ ਨੇ 5 ਪਿਆਰਿਆਂ ਦੀ ਚੋਣ ਕੀਤੀ, ਜਾਂ ਇਹ ਕਹਿ ਦਿੰਦੇ ਹਾਂ ਕਿ ਗੁਰੂ ਮਹਾਰਾਜ ਜੀ ਨੇ ਉੱਥੇ ਭਾਈ ਦਇਆ ਸਿੰਘ ਜਾਂ ਭਾਈ ਹਿੰਮਤ ਸਿੰਘ, ਇਹਨਾਂ ਨੂੰ ਸਭਨਾਂ ਨੂੰ ਲਿਆਉਣਾ ਸੀ। ਮਹਾਰਾਜ ਜੀ ਨੇ ਅਸਲ ਦੇ ਵਿੱਚ ਮੰਗ ਕੀਤੀ, ਮੰਗਿਆ, ਸਿਰ ਮੰਗਿਆ ਮਹਾਰਾਜ ਜੀ ਨੇ। ਔਰ ਪਹਿਲੀ ਵਾਰ ਨਹੀਂ ਮੰਗਿਆ, ਗੁਰੂ ਨਾਨਕ ਸਾਹਿਬ ਨੇ ਕਿਉਂਕਿ ਮੰਗਿਆ ਸੀ। ਤੁਸੀਂ ਬਾਣੀ ਵਿੱਚ ਪੜੋ, ਗੁਰੂ ਮਹਾਰਾਜ ਨੇ ਆਖਿਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਇਹ ਰਬਾਬ ਦੇ ਨਾਲ ਕਰਤੇ ਦੀ ਇਬਾਦਤ ਕਰਨ ਵਾਲੇ ਨੇ ਇਹ ਗੱਲ ਆਖੀ ਸੀ ਪਹਿਲੇ ਜਾਮੇ ਦੇ ਵਿੱਚ ਕਿ ਸਮਾਜ ਤੇ ਐਵੇਂ ਸੁਧਾਰ ਨਹੀਂ ਹੋਇਆ ਕਰਦੇ। ਇਬਾਦਤ ਗਾਹਾਂ ਦੇ ਵਿੱਚ ਕੇਵਲ ਤੁਸੀਂ ਪੂਜਾ ਅਰਚਾ ਕਰਕੇ, ਆਰਤੀਆਂ ਕਰਕੇ ਘਰ ਪਰਤ ਜਾਓਗੇ, ਕੁਝ ਤਬਦੀਲੀਆਂ ਨਹੀਂ ਆਉਣੀਆਂ ਜੀਵਨ ਦੇ ਵਿੱਚ। ਹੁਕਮਰਾਨਾਂ ਦੇ ਅੰਦਰ ਕਦੀ ਸ਼ਰਮ ਨਹੀਂ ਆ ਸਕਦੀ ਏਦਾਂ, ਮੈਨੂੰ ਸਿਰ ਚਾਹੀਦੇ ਨੇ ਜੇ ਤੇ ਤੁਸੀਂ ਇਸ ਮੈਦਾਨ ਦੇ ਵਿੱਚ ਉਤਰਨਾ ਹੈ, ਮੇਰੇ ਸਾਥੀ ਬਣਨਾ ਹੈ ਤਾਂ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਕਾਣ ਕਹਿੰਦੇ ਨੇ ਝਿਜਕ ਨਹੀਂ ਕਰਨੀ, ਸਭ ਤੋਂ ਪਹਿਲਾਂ ਸਿਰ ਦਿੱਤਾ ਭਾਈ ਲੈਣੇ ਨੇ। ਮਹਾਰਾਜ ਹਾਜ਼ਰ ਹੈ, ਸਿਰ ਦੱਸੋ ਕਿੱਥੇ ਵਰਤਣਾ ਹੈ। ਅੱਜ ਤੋਂ ਬਾਅਦ ਉਹ ਸਿਰ ਵਿੱਚ ਪਈਆਂ ਹੋਈਆਂ ਵਿਚਾਰਾਂ, ਕਰਮਕਾਂਡੀ ਅਲਾਮਤਾਂ ਸਾਰੀਆਂ ਖਤਮ ਹੋ ਗਈਆਂ। ਦੂਜਾ ਨਾਨਕ ਹਾਂ ਮੈਂ, ਹੁਕਮ ਕਰੋ ਮੈਨੂੰ। 63 ਸ਼ਲੋਕ ਗੁਰੂ ਅੰਗਦ ਸਾਹਿਬ ਨੇ ਉਚਾਰਨ ਕੀਤੇ, ਕਿਤੇ ਵੀ ਅੰਗਦ ਲਫ਼ਜ਼ ਨਹੀਂ ਮਿਲੇਗਾ ਤੁਹਾਨੂੰ, ਨਾਨਕ ਹੀ ਮਿਲੇਗਾ। ਉਹ ਨਾਨਕ ਹੋ ਗਿਆ। ਬਾਬਾ ਅਮਰਦਾਸ ਨੇ ਬਾਣੀ ਲਿਖੀ ਤੇ ਕਿਤੇ ਅਮਰਦਾਸ ਸ਼ਬਦ ਨਹੀਂ ਵਰਤਿਆ, ਉਹ ਨਾਨਕ ਹੀ ਹੋ ਗਿਆ। ਭਾਈ ਜੇਠਾ ਨਾਨਕ ਬਣਿਆ। ਗੁਰੂ ਅਰਜਨ ਸਾਹਿਬ ਨਾਨਕ ਮਤੇ, ਦਸਮ ਪਾਤਸ਼ਾਹ ਤੱਕ 10 ਨਾਨਕ ਰੂਪ ਦੇ ਵਿੱਚ ਜੋ ਤੋਹਾ ਜੁਗਤ ਸਾਏ ਸੈ ਕਾਇਆ ਫਿਰ ਪਲਟੀ ਹੈ। ਇੱਕੋ ਹੀ ਵਿਚਾਰਧਾਰਾ ਦ੍ਰਿੜ ਕਰਾ ਦਿੱਤੀ ਸਮਾਜ ਨੂੰ। ਸਤ ਸੰਤੋਖ ਧੀਰਜ ਹਰੀਮੀ ਪਰਉਪਕਾਰ ਕੁਰਬਾਨੀ, ਇਹ ਜਜ਼ਬਿਆਂ ਨਾਲ ਭਰ ਦਿੱਤਾ ਸਮਾਜ ਨੂੰ। ਔਰ ਦੂਸਰੇ ਪਾਸੇ ਕਰਮਕਾਂਡ ਵਹਿਮ ਭਰਮ, ਆ ਚੰਦ ਸੂਰਜ ਪੁੰਨਿਆ ਮਸਿਆ ਸੰਗਰਾਮ, तमाम ਤੀਰਥਾਂ ਦੇ ਇਸ਼ਨਾਨ, ਦੇਵੀ ਦੇਵਤੇ, ਕਾਲਪਨਿਕ ਹਸਤੀ, ਬੁੱਤ ਪ੍ਰਸਤੀ ਮਹਾਰਾਜ ਨੇ ਕੱਢ ਕੇ ਅੰਦਰੋਂ ਦੀ ਬਾਹਰ ਮਾਰੀ। ਇੱਕ ਪਿਓਰਿਟੀ ਨੇ ਜਨਮ ਲਿਆ ਜਿਹਨੂੰ ਨਾਮ ਦਿੱਤਾ ਪਾਤਸ਼ਾਹ ਜੀ ਨੇ ਖਾਲਸਾ। ਔਰ ਇਹ ਖਾਲਸਾ ਸ਼ਬਦ ਵੀ ਪਹਿਲੀ ਵਾਰੀ ਨਹੀਂ ਆਇਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਬੀਰ ਜੀ ਦੀ ਰਸਨਾ ਤੋਂ ਪਹਿਲਾਂ ਉਚਾਰਨ ਹੋ ਚੁੱਕਾ ਹੈ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਸਾਰਾ ਕੁਝ ਪਹਿਲਾਂ ਤੋਂ ਹੀ ਆ ਰਿਹਾ ਹੈ। ਖਾਲਸੇ ਦਾ ਇੱਕ ਅਰਥ ਕੀਤਾ ਜਾਂਦਾ ਪਿਓਰਿਟੀ ਦੇ ਨਾਲ, ਪਿਓਰ ਹੈ। ਪਰ ਦੂਸਰੇ ਪਾਸੇ ਤੁਸੀਂ ਅਗਰ ਹਿਸਟਰੀ ਦੇ ਵਿੱਚ ਪੜੋ, ਖਾਲਸਾ ਜਿਸ ਭਾਸ਼ਾ ਦੇ ਵਿੱਚੋਂ ਸ਼ਬਦ ਆਇਆ ਨਾ, ਪਰਸੀਅਨ ਦਾ ਸ਼ਬਦ ਹੈ। ਮੁਗਲਾਂ ਦਾ ਰਾਜ ਸੀ, ਗਵਰਨਮੈਂਟ ਬੋਲੀ ਚੱਲਦੀ ਸੀ।
ਉਹਨਾਂ ਨੇ ਬਕਾਇਦਾ ਉਸ ਬੋਲੀ ਦੇ ਵਿੱਚ ਇੱਕ ਖਾਲਸਾ ਸ਼ਬਦ, ਉਹਨਾਂ ਦੇ ਅੱਜ ਵੀ ਗ੍ਰੰਥਾਂ ਦੇ ਵਿੱਚ, ਇਤਿਹਾਸ ਦੇ ਵਿੱਚ ਉਹ ਸ਼ਬਦ ਲੱਭਦਾ ਜੋ ਮੁਗਲਾਂ ਨੇ ਖੁਦ ਲਿਖਿਆ ਸੀ। ਉਹਦੇ ਅਰਥ ਇਹ ਸਨ ਕਿ ਜਿਹੜੀ ਬਾਕੀ ਕੁੱਲ ਜ਼ਮੀਨ ਹੈ, ਜਿਹੜੀ ਧਰਤੀਆਂ ਦੇ ਪਟੇ ਨੇ, ਜ਼ਮੀਨਾਂ ਨੇ, ਉਹ ਜਾਂ ਤੇ ਕਿਸੇ ਗਵਰਨਰ ਦੇ ਥੱਲੇ ਨੇ, ਕੋਈ ਲੋਕਲ ਦਾ, ਇਲਾਕੇ ਦਾ ਜਿਹੜਾ ਪਟਵਾਰੀ ਉਹਦੇ ਕੋਲ ਨੇ, ਪਰ ਜਿਹੜੀ ਧਰਤੀ ਦਾ ਸਿੱਧਾ ਸੰਬੰਧ ਬਾਦਸ਼ਾਹ ਨਾਲ ਜੁੜੇਗਾ ਜਾ ਕੇ, ਉਸ ਧਰਤੀ ਨੂੰ ਸਰਕਾਰੀ ਦਸਤਾਵੇਜ਼ ਦੇ ਵਿੱਚ ਖਾਲਸਾਈ ਜ਼ਮੀਨ ਕਰਕੇ ਲਿਖਿਆ ਜਾਂਦਾ ਸੀ ਉਸ ਭਾਸ਼ਾ ਦੇ ਵਿੱਚ। ਉੱਥੋਂ ਦੀ ਮਹਾਰਾਜ ਨੇ ਸ਼ਬਦ ਚੁੱਕਿਆ, ਕਲਗੀਧਰ ਮਹਾਰਾਜ ਜੀ ਨੇ। ਕਿਉਂ ਚੁੱਕਿਆ? ਸਿੱਧਾ ਸੰਬੰਧ ਕਾਇਮ ਗੁਰੂ ਨਾਲ ਕਰੋ। ਹੁਣ ਵਿੱਚ ਜਿਹੜੇ ਵਿਚੋਲੇ ਸਨ ਨਾ, ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ, ਵੇਖੋ ਗੁਰੂ ਰਾਮਦਾਸ ਜੀ ਨੇ ਆਪ ਥਾਪੇ ਸਨ, ਆਪ ਉਹ ਇੱਕ ਸੰਸਥਾ ਕ੍ਰੀਏਟ ਕੀਤੀ, ਪਰ ਜਦੋਂ ਕਰਪਟ ਹੋ ਗਈ, ਮਹਾਰਾਜ ਨੇ ਵੇਖਿਆ ਬੇਈਮਾਨ ਹੋ ਚੁੱਕੇ ਨੇ, ਇਹ ਡਿੱਗ ਚੁੱਕੇ ਨੇ, ਅਸੂਲਾਂ ਤੋਂ ਡਿੱਗ ਚੁੱਕੇ ਨੇ। ਮਹਾਰਾਜ ਜੀ ਨੇ ਆਖਿਆ ਮਸੰਦ ਪ੍ਰਥਾ ਬਿਲਕੁਲ ਖਤਮ, ਜਿਹਨੂੰ ਅਸੀਂ ਕਹਿੰਦੇ ਮਸੰਦ ਸਾੜਤੇ ਮਹਾਰਾਜ ਨੇ। ਮਹਾਰਾਜ ਕਿਸੇ ਬੰਦੇ ਦਾ ਫਿਜ਼ੀਕਲੀ ਨੁਕਸਾਨ ਨਹੀਂ ਸਨ ਕਰਦੇ, ਉਸ ਪ੍ਰਥਾ ਹੀ ਖਤਮ ਕਰ ਦਿੱਤੀ ਮਹਾਰਾਜ ਜੀ ਨੇ। ਸਿੱਧਾ ਸੰਬੰਧ ਹੁਣ ਗੁਰੂ ਨਾਲ ਰੱਖ ਲਓ, ਉਹਨੂੰ ਆਖਿਆ ਗਿਆ ਖਾਲਸਾ। ਖਾਲਸਾ ਹੀ ਧਰਤੀ ਹੋ ਗਈ, ਸਿੱਧਾ ਸੰਬੰਧ ਗੁਰੂ ਨਾਲ ਹੋ ਗਿਆ। ਤੁਸੀਂ ਹੁਣ ਗੁਰੂ ਕੋਲ ਆਓ, ਗੁਰੂ ਕੋਲੋਂ ਪੁੱਛੋ, ਗੁਰੂ ਨਾਲ ਸੰਵਾਦ ਕਰੋ, ਗੁਰੂ ਨਾਲ ਵਿਚਾਰਾਂ ਕਰੋ, ਗੁਰੂ ਅੱਗੇ ਭੇਟਾਵਾਂ ਕਰੋ, ਆਪਣੀ ਜਵਾਨੀ, ਆਪਣਾ ਤਨ ਮਨ ਧਨ ਗੁਰੂ ਨੂੰ ਅਰਪਿਤ ਕਰੋ। ਵਿੱਚ ਕਿਸੇ ਦੀ ਤੁਹਾਨੂੰ ਲੋੜ ਨਹੀਂ ਪਏਗੀ। ਜਦੋਂ ਮਹਾਰਾਜ ਨੰਗੀ ਕਿਰਪਾਨ ਲੈ ਕੇ ਮੰਗ ਕਰਦੇ ਨੇ, ਭਾਈ ਦਇਆ ਰਾਮ ਜੀ ਉੱਠਦੇ ਨੇ, ਇਹ ਤੁਹਾਡੀ ਵੀਰਾਂ ਨੇ ਵੀ ਸੁਣਾਇਆ। ਉਹਦੇ ਬਾਅਦ ਦੂਜੇ ਪਿਆਰੇ ਆਏ, ਧਰਮਚੰਦ ਜੀ, ਹਿੰਮਤ, ਮੋਹਕਮ ਸਾਹਿਬ, ਮਹਾਰਾਜ ਜੀ ਨੇ ਉਹਨਾਂ ਨੂੰ ਪੋਹਲ ਦਿੱਤੀ। ਔਰ ਉਹ ਪੋਹਲ ਇੱਕ ਪ੍ਰਤੀਕ ਸੀ ਗੁਰੂ ਪਿਆਰਿਓ, ਉਹ ਕਰਮਕਾਂਡ ਨਹੀਂ ਹੈ। ਅਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੇ ਅੰਮ੍ਰਿਤ ਸ਼ਬਦ ਨੇ, ਉਹਨਾਂ ਦੇ ਮਾਇਨੇ ਹੋਰ ਨੇ। ਉਹ ਅੰਮ੍ਰਿਤ ਦਾ ਅਰਥ ਹੈ ਨਾ ਮਰਨ ਵਾਲੀ ਕੁਝ ਵਿਚਾਰ, ਕੁਝ ਪਦਾਰਥ। ਉਹ ਹੈ ਪਰਮੇਸ਼ਵਰ ਅਕਾਲ ਪੁਰਖ ਆਪ, ਉਹਦਾ ਨਾਮ, ਉਹਦੀ ਹਸਤੀ, ਉਹਦੇ ਗੁਣ, ਉਹਦਾ ਲਾਫ ਨੇਚਰ। ਇਹ ਬਾਣੀ 'ਚ ਅੰਮ੍ਰਿਤ ਸ਼ਬਦ ਉੱਥੇ ਜੁੜਿਆ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਜਿਸ ਜਲਨਿਤ ਕਾਰਨ ਤੁਮ ਜਗੇ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਗੁਰੂ ਨਾਨਕ ਮਹਾਰਾਜ ਦਾ ਸ਼ਬਦ ਹੈ ਸੋਰਠ ਰਾਗ ਦੇ ਵਿੱਚ। ਜਿਸ ਜਲਨਿਤ ਕਾਰਨ ਤੁਮ ਜਗੇ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵੇਂ, ਘਰ ਅੰਮ੍ਰਿਤ ਖਟ ਮਾਹੀ ਜੀਓ। ਘਰ ਹੀ ਮੇਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ। ਅੰਮ੍ਰਿਤ ਇਨਸਾਨੀ ਜੀਵਨ ਦੇ ਵਿੱਚ ਪਿਆ ਹੋਇਆ, ਉਹਨੂੰ ਵਰਤ ਨਹੀਂ ਪਾ ਰਿਹਾ, ਬੰਦਾ ਪੀ ਨਹੀਂ ਪਾ ਰਿਹਾ। ਜੋ ਕਲਗੀਧਰ ਮਹਾਰਾਜ ਨੇ ਦਿੱਤੀ ਉਹ ਪਹੁਲ ਸੀ, ਇੱਕ ਕਮਿਟਮੈਂਟ ਸੀ ਸਮਾਜ ਤੋਂ ਲੈਣੀ, ਇੱਕ ਵਾਅਦਾ ਲੈਣਾ ਸੀ। ਕਿਉਂਕਿ ਦਸਮ ਪਾਤਸ਼ਾਹ ਤੋਂ ਬਾਅਦ ਉਹਨਾਂ ਨੇ 11ਵਾਂ ਸਰੀਰਕ ਤੌਰ ਤੇ ਗੁਰੂ ਨਹੀਂ ਸੀ ਥਾਪਣਾ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਤਿਆਰੀ ਹੋ ਰਹੀ ਸੀ ਇੱਕ ਪਾਸੇ ਤਾਬਿਆਦਾਰੀ ਤਿਆਰੀ ਕੀਤੀ ਜਾ ਰਹੀ ਸੀ। ਪੰਥ ਨੂੰ ਆਪਣੇ ਜੋਬਨ ਤੇ ਪੈਰਾਂ ਤੇ ਖੜੇ ਕਰਨਾ ਮਹਾਰਾਜ ਜੀ ਨੇ। ਤੇ ਜਿਹੜੀ ਪਹੁਲ ਦਿੱਤੀ ਉਹ ਇੱਕ ਵਾਅਦਾ ਸੀ, ਵਾਅਦਾ ਕਰੋ ਮੇਰੇ ਨਾਲ। ਤੇ ਉਹ ਪਹੁਲ ਕੱਲੇ ਪਤਾਸੇ ਪਾਣੀ ਚ ਘੋਲ ਕੇ ਮਿੱਠਾ ਜਲ ਨਹੀਂ ਜੇ ਹੈਗਾ। ਉਹ ਪਹੁਲ ਇੱਕ ਬੜਾ ਵੱਡਾ ਵਚਨ ਸੀ ਗੁਰੂ ਦੇ ਨਾਲ। ਤੁਸੀਂ ਕਦੀ ਵੇਖਿਓ ਜਿਹੜਾ ਬਾਟਾ ਨਾ ਭਾਂਡੇ ਦੀ ਚੋਣ, ਉਹਦਾ ਅਰਥ ਸੀ ਡੂੰਘਾ ਭਾਂਡਾ। ਤੁਸੀਂ ਕਦੀ ਵੇਖੋ ਦਾ ਤਲਾ ਲੱਗਾ ਹੁੰਦਾ ਧਰਤੀ ਤੇ, ਸਾਰੇ ਪਾਸੇ ਉੱਪਰ ਨੂੰ ਉੱਠੇ ਹੁੰਦੇ ਨੇ, ਡੂੰਘਾ ਹੁੰਦਾ। ਉਹਦੇ ਵਿੱਚ ਪਾਣੀ ਜਿਹੜਾ ਪਾਇਆ, ਭਾਈ ਗੁਰਦਾਸ ਕਹਿੰਦੇ ਨੇ ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਐਜ਼ ਏ ਨਿਮਰਤਾ ਦਾ ਪ੍ਰਤੀਕ। ਉਹ ਚ ਪਤਾਸੇ ਪਾਉਣ ਦਾ ਭਾਵ ਸੀ ਆਪਣਾ ਆਪਾ ਗਵਾ ਦੇਣਾ ਤੇ ਗਵਾ ਕੇ ਮਿਠਾਸ ਪੈਦਾ ਕਰਨੀ। ਆਪ ਗਵਾਈਏ ਤਾਂ ਸ਼ਾਹ ਪਾਈਏ। ਔਰ ਕੈਸੀ ਚਤੁਰਾਈ। ਮਹਾਰਾਜ ਨੇ ਆਖਿਆ ਮਿੱਠੇ ਤਾਂ ਹੋਵੋ, ਚੰਗੀ ਗੱਲ ਹੈ, ਪਰ ਕਾਇਰਤਾ ਨਾ ਆ ਜਾਏ। ਇਸ ਕਰਕੇ ਮਹਾਰਾਜ ਨੇ ਆਖਿਆ ਵਿੱਚ ਖੰਡਾ ਵੀ ਜ਼ਰੂਰੀ ਹੈ, ਅਣਖ ਜ਼ਰੂਰੀ ਹੈ। ਦੋਵੇਂ ਚੀਜ਼ਾਂ ਭਰ ਦਿੱਤੀਆਂ ਮਹਾਰਾਜ ਜੀ ਨੇ। ਔਰ ਇਹ ਤਿਆਰ ਕਿਹਦੇ ਨਾਲ ਹੋਏਗਾ? ਮਹਾਰਾਜ ਜੀ ਨੇ ਬਾਣੀ ਪੜ੍ਹੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਤਿਆਰ ਹੋਏਗਾ ਇਹ ਅੰਮ੍ਰਿਤ, ਇਹ ਜੀਵਨ ਅੰਮ੍ਰਿਤ, ਸੰਸਾਰ ਅੰਮ੍ਰਿਤ, ਜਿਹਨੂੰ ਮਹਾਰਾਜ ਨੇ ਆਖਿਆ ਆਸ ਪਾਸ ਵਿਖੁਆ ਕੇ ਕੁੰਟਾ, ਬੀਚ ਅੰਮ੍ਰਿਤ ਹੈ ਭਾਈ ਰੇ। ਉਸ ਅੰਮ੍ਰਿਤ ਤੱਕ ਪਹੁੰਚਣਾ, ਅੰਮ੍ਰਿਤ ਜੀਵਨ ਬਣਾ ਲਓ ਆਪਣਾ। ਸੋ ਕਲਗੀਧਰ ਮਹਾਰਾਜ ਨੇ ਜਦੋਂ ਪਹੁਲ ਦਿੱਤੀ, ਤੁਸੀਂ ਵੇਖੋ ਜਿਹੜੇ ਹੱਥਾਂ ਦੀਆਂ ਉਂਗਲਾਂ ਦੀ ਵਿੱਥ ਹੁੰਦੀ ਹੈ ਨਾ, ਤੁਸੀਂ ਇਦਾਂ ਤਲੀ ਦੇ ਉੱਤੇ ਲਿਕਵਿਡ ਚੀਜ਼ ਪਾਓਗੇ, ਉਹ ਡਿੱਗ ਪਏਗੀ ਥੱਲੇ। ਬਾਣੀ 'ਚ ਲਿਖਿਆ ਮਹਾਰਾਜ ਨੇ, ਕਰਮੇ ਅੰਮ੍ਰਿਤ ਆਨ ਨਿਸਾਰਿਓ। ਕਰ ਕਹਿੰਦੇ ਨੇ ਹੱਥ ਨੂੰ, ਕਰਮੇ ਅੰਮ੍ਰਿਤ ਆਨ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਉਹ ਡਿੱਗ ਪਏਗਾ।
ਉਹਨੂੰ ਸਾਂਭਣ ਲਈ ਬੁੱਕ ਕਰਨੀ ਪੈਂਦੀ ਹੈ। ਤੇ ਬੁੱਕ ਦਾ ਮਤਲਬ ਹੁੰਦਾ ਹੈ ਇਹ ਵਿਥਾਂ ਨੂੰ ਖਤਮ ਕਰਕੇ ਉਹਨੂੰ ਇਕਜੁੱਟ ਕਰਨਾ। ਜਦੋਂ ਤੱਕ ਵਿਥਾਂ ਖਤਮ ਨਹੀਂ ਹੁੰਦੀਆਂ, ਜਾਤ ਪਾਤ ਦੀ, ਵਰਨ ਵੰਡ ਦੀ, ਊਚ ਨੀਚ ਦੀ, ਅਮੀਰੀ ਗਰੀਬੇ ਦੀ, ਬੰਦਿਆਂ ਦੇ ਵਿੱਚ, ਇਨਸਾਨਾਂ ਦੇ ਵਿੱਚ ਕਿੱਡੀਆਂ ਵੱਡੀਆਂ ਵਿਥਾਂ ਨੇ, ਮਹਾਰਾਜ ਕਹਿੰਦੇ ਖਤਮ ਕਰ ਦਿਓ ਸਾਰੀਆਂ। ਪਹੁਲ ਦੇ ਕੇ ਮਹਾਰਾਜ ਨੇ ਆਖਿਆ ਕਰਮ ਨਾਸ, ਧਰਮ ਨਾਸ। ਮਹਾਰਾਜ ਨੇ ਆਖਿਆ ਭਰਮ ਨਾਸ, ਜਾਤ ਨਾਸ, ਕੁਲ ਨਾਸ। ਮਹਾਰਾਜ ਨੇ ਆਖਿਆ ਸਭ ਖਤਮ, ਸਭ ਛੱਡ ਦਿੱਤੇ ਪਹੁਲ ਲੈਣ ਵਾਲਿਆਂ ਨੇ। ਗੁਰੂ ਨਾਲ ਵਾਅਦੇ ਕਰ ਲਏ, ਫਿਰ ਗੁਰੂ ਨੇ ਵੀ ਪਹੁਲ ਲਈ। ਔਰ ਇਤਿਹਾਸ ਗਵਾਹ ਹੈ ਅਜੇ ਕਿ ਉਸ ਪਹੁਲ ਦਿਹਾੜੇ ਤੋਂ ਪਹਿਲਾਂ ਕਲਗੀਧਰ ਮਹਾਰਾਜ ਕਿੰਨੀਆਂ ਜੰਗਾਂ ਲੜ ਚੁੱਕੇ ਨੇ। ਉਹ ਜੰਗਾਂ ਦੇ ਵਿੱਚ ਉਤਰਨ ਵਾਲਿਆਂ ਨੇ ਕੀ ਸਿਰ ਨਹੀਂ ਸਨ ਦਿੱਤੇ ਗੁਰੂ ਜੀ ਨੂੰ? ਸਿਰ ਦੇ ਕੇ ਤੇ ਕੋਈ ਜੰਗਾਂ 'ਚ ਜਾਂਦਾ ਹੈ। ਪੀਰ ਬੁੱਧੂ ਸ਼ਾਹ ਵਰਗਾ ਆਪਣੇ ਭਰਾ ਤੇ ਬੱਚੇ ਲੈ ਕੇ ਪਹੁੰਚਿਆ ਤੇ ਕੁਰਬਾਨ ਕਰ ਦਿੱਤੇ, ਸਿਰ ਨਹੀਂ ਭੇਟ ਕੀਤੇ ਅਗਲੇ ਨੇ। ਪਰ ਮਹਾਰਾਜ ਨੇ ਜਿਹੜੇ ਇੱਥੇ ਪੰਜਾਂ ਦੀ ਮੰਗ ਤੁਸੀਂ ਵੇਖੋ, ਵਾਰੀ-ਵਾਰੀ ਮੰਗ ਕੀਤੀ। ਔਰ ਸੋਚ ਕੇ ਵੇਖੋ ਜਰਾ, ਕਲਗੀਧਰ ਮਹਾਰਾਜ ਕੀ 6ਵੀਂ ਵਾਰੀ ਮੰਗਦੇ ਤੇ 6ਵਾਂ ਸਿਰ ਨਾ ਹੁੰਦਾ? 7ਵੀਂ ਵਾਰੀ ਮੰਗਦੇ ਤੇ 7ਵਾਂ 8ਵਾਂ ਸਿਰ ਨਾ ਖੜਾ ਹੁੰਦਾ? ਮੰਗ ਹੀ 5 ਦੀ ਹੋਈ ਹੈ, ਨਹੀਂ ਤੇ ਲੈਣਾ ਲੱਗ ਗਈਆਂ ਸਨ ਪਿੱਛੇ। ਤਾਂ ਮਹਾਰਾਜ ਨੇ ਪੰਚਾਇਤ ਬਣਾਉਣੀ ਸੀ ਸਾਜੇ ਸਮਾਜ ਵਾਸਤੇ। ਇੱਕ ਪੰਚਾਇਤੀ ਸਿਸਟਮ ਹੁੰਦਾ ਹੈ। ਬਾਣੀ 'ਚ ਵੀ ਮਹਾਰਾਜ ਨੇ ਆਖਿਆ ਨਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈਂ ਸਿਆਣੇ, ਡਿਸੀਜ਼ਨ ਮੇਕਰ, ਪਾਲਿਸੀ ਮੇਕਰ, ਥਿੰਕ ਟੈਂਕਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪ੍ਰਣਾਏ ਹੋਏ ਮਹਾਰਾਜ ਕਹਿੰਦੇ 5 ਹੀ ਬੜੇ ਹੋਣਗੇ, ਡਿਸੀਜਨ ਲੈਣੇ ਹੋਣਾ ਬਸ। ਗੁਰੂ ਮਹਾਰਾਜ ਜੀ ਨੇ 5 ਪਿਆਰਿਆ, ਉਹਨਾਂ ਨੂੰ ਪਿਆਰਾ ਸ਼ਬਦ ਦਿੱਤਾ। ਜਿਹੜਾ ਸਭ ਤੋਂ ਕਲੋਜ਼ ਹੁੰਦਾ ਨਾ ਜੀਵਨ ਦੇ ਵਿੱਚ, ਉਹਨੂੰ ਇਹ ਸ਼ਬਦ ਦਿੱਤਾ ਜਾਂਦਾ ਹੈ। ਬਾਣੀ 'ਚ ਮਹਾਰਾਜ ਕਹਿੰਦੇ ਨੇ ਜਿਸ ਪਿਆਰੇ ਸੋ ਨੇਹ, ਜਿਹਦੇ ਨਾਲ ਤੁਹਾਡਾ ਪਿਆਰ ਬਣ ਗਿਆ ਨਾ, ਪਿਆਰਾ ਹੋ ਗਿਆ। ਨੇਹ ਦਾ ਅਰਥ ਹੈ ਲਵ ਹੋ ਗਿਆ ਜਿਹਦੇ ਨਾਲ। ਜਿਸ ਪਿਆਰੇ ਸੋ ਨੇਹ ਤਿਸ ਆਗੇ ਮਰ ਚੱਲੀਏ। ਮਰ ਜਾਣਾ ਚਾਹੀਦਾ ਉਹਦੇ ਉੱਤੋਂ। ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ, ਲੋਕਾਚਾਰੀ ਛੱਡ ਦੇਣੀ ਚਾਹੀਦੀ ਹੈ। ਫਿਰ ਸੋ ਗੁਰੂ ਕਲਗੀਧਰ ਮਹਾਰਾਜ ਨੇ ਆਖਿਆ ਮੈਂ ਤੁਹਾਡੇ ਤੋਂ ਹੀ ਸਿਰਾਂ ਦੀ ਮੰਗ ਨਹੀਂ ਕੀਤੀ, ਜਿਹੜੀ ਹੁਣ ਤੁਸੀਂ ਮੇਰੇ ਕੋਲੋਂ ਮੰਗ ਲਈ ਹੈ ਨਾ, ਮੈਂ ਪੂਰਾ ਖਰਾ ਉਤਰਾਂਗਾ। ਮਹਾਰਾਜ ਨੇ ਵੇਖੋ ਕਿੰਨਾ ਕੁਝ ਕੁਰਬਾਨ ਕਰ ਦਿੱਤਾ ਆਪਣਾ। ਗੁਰੂ ਕਲਗੀਧਰ ਮਹਾਰਾਜ ਜੀ ਨੇ ਉਸ ਮਿਲੀ ਹੋਈ ਦਾਤ ਦੇ ਬਦਲੇ ਕਿਹੜੀ ਕੀਮਤ ਅਦਾ ਕੀਤੀ। ਤੁਸੀਂ ਹਿਸਟਰੀ ਦੇ ਵਰਕੇ ਫੁੱਲ ਕੇ ਜਦੋਂ ਵੇਖਦੇ ਹੋ, ਦਸੰਬਰ ਦੇ ਮਹੀਨੇ ਦੇ ਵਿੱਚ, ਪੋਹ ਦੇ ਮਹੀਨੇ ਦੇ ਵਿੱਚ ਆਪਣੇ ਬੱਚਿਆਂ ਨੂੰ ਕਹਿਣਾ, ਲੋ ਜਾਓ ਸਿਧਾਰੋ ਮਰ ਜਾਓ, ਜਾਂ ਮਾਰੋ ਤੁਮੇ ਕਰਤਾਰ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਕਰਤਾਰ ਕੋ ਸੌਂਪਾ। ਉਹ ਕਲਗੀਧਰ ਪਿਤਾ ਹੀ ਸਨ। ਸੋ ਗੁਰੂ ਮਹਾਰਾਜ ਨੇ ਐਸਾ ਇੱਕ ਸਿੱਖ ਤਿਆਰ ਕੀਤਾ। ਇਹ ਘਟਨਾ ਕਹਿ ਕੇ ਮੈਂ ਸਮਾਪਤੀ ਕਰਦਾ। ਇਤਿਹਾਸ ਦੇ ਵਰਕਿਆਂ ਤੁਸੀਂ ਵੇਖੋਗੇ ਜਿਨ੍ਹਾਂ ਦੀਆਂ ਘੋੜਿਆਂ ਦੀਆਂ ਆਵਾਜ਼ਾਂ ਸੁਣ ਕੇ ਨਾ ਖੈਬਰ ਦਰਿਆ ਦੇ ਉਹ ਰਾਹੇ ਬੰਦ ਹੋ ਗਏ। ਉਹਦੇ ਵਿੱਚ ਹਰੀ ਸਿੰਘ ਨਲੂਆ, ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਤਮਾਮ ਲੀਡਰ ਪੈਦਾ ਹੋਏ ਇਸ ਕੌਮ ਦੇ ਵਿੱਚ। ਤਮਾਮ ਰਾਈਟਰ ਪੈਦਾ ਹੋਏ, ਤਮਾਮ ਇੱਥੇ ਸੇਵਾਦਾਰ ਪੈਦਾ ਹੋਏ। ਇੱਥੇ ਭਾਈ ਕਨ੍ਹਈਏ ਵਰਗੇ ਰਣੇ ਦੇ ਮੈਦਾਨ ਦੇ ਵਿੱਚ ਜ਼ਖਮੀਆਂ ਨੂੰ ਲਿਆ ਕੇ ਉਹਨਾਂ ਦੀ ਮਲਮ ਪੱਟੀ ਕਰਨ ਵਾਲੇ ਗੁਰੂ ਕਲਗੀਧਰ ਮਹਾਰਾਜ ਵੱਲੋਂ ਪ੍ਰਣਾਏ ਹੋਏ ਸਿੱਖ ਸਨ। ਗੁਰੂ ਪਾਤਸ਼ਾਹ ਜੀ ਨੇ ਬਹੁਤ ਵੱਡੀ ਵਡਮੁੱਲੀ ਦਾਤ ਦਿੱਤੀ ਸਾਡੇ ਸਮਾਜ ਨੂੰ। ਬਹੁਤ ਵੱਡਾ ਇਤਿਹਾਸ ਸਿਰਜ ਗਿਆ, ਮੁਲਕ ਤੇ ਅਦੁੱਤੀ ਸਮਾਜ ਸਿਰਜਿਆ ਗਿਆ। ਉਸ ਵੇਲੇ ਕਹਿੰਦੇ ਨੇ ਜਦੋਂ ਮਿਸਲਾਂ ਦਾ ਵਕਤ ਤੇ ਸਿੱਖਾਂ ਦੇ ਕਤਲੇਆਮ ਹੋ ਰਹੇ ਸਨ ਨਾ, ਜਿਹਨੂੰ ਅਸੀਂ ਜੈਨੋਸਾਈਡ ਕਹਿੰਦੇ ਆ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ। ਘੱਲੂਘਾਰੇ ਕਿੰਨੇ ਵਾਪਰੇ ਸਾਡੇ ਤੇ ਵੇਖੋ। ਘੱਲੂਘਾਰਿਆਂ ਦੇ ਦੌਰਾਨ ਦੇ ਉਹਦੇ ਵਿੱਚ ਹੋਇਆ, ਨਾਦਰ ਸ਼ਾਹ ਆਇਆ। ਨਾਦਰ ਸ਼ਾਹ ਜ਼ਕਰੀਆ ਖਾਂ ਦੇ ਨਾਲ ਸੀ। ਉਹਨੂੰ ਇੱਕ ਗੱਲ ਪੁੱਛਦਾ, ਬਸ ਇੰਨੀ ਕੁ ਟੂਕ ਮਾਤਰ ਗੱਲ ਕਹਿ ਕੇ ਮੈਂ ਸਮਾਪਤੀ ਕਰਨੀ ਹੈ। ਨਾਦਰ ਸ਼ਾਹ ਕਹਿੰਦਾ ਮੈਨੂੰ ਇੱਕ ਗੱਲ ਦੱਸ ਜ਼ਕਰੀਆ ਖਾਂ, ਸਾਡੇ ਤੇ ਨਾਂ ਸੁਣ ਕੇ ਲੋਕ ਥਰ-ਥਰ ਕੰਬਦੇ ਨੇ, ਇਹ ਹੈ ਕੌਣ ਨੇ? ਇਹ ਕੌਣ ਲੋਕ ਨੇ? ਨਾ ਘਰ-ਬਾਰ ਹੈ, ਨਾ ਇਹਨਾਂ ਦੇ ਕੋਲ ਕੋਈ ਹਥਿਆਰ ਨੇ। ਇਹ ਹੈ ਕੌਣ? ਸਾਡੀ ਟ੍ਰੇਨਿੰਗ ਦਿੱਤੀ ਹੋਈ, ਅਭਿਆਸ ਕਰਾਏ ਹੋਏ ਸਿਪਾਹੀ ਉਹ ਮੂੰਹ ਦੇ ਵਿੱਚ ਉਂਗਲਾਂ ਪਾ ਕੇ ਵਾਪਸ ਪਰਤ ਆਉਂਦੇ ਨੇ, ਚੰਦ ਲੋਕਾਂ ਦੇ ਸਾਹਮਣੇ ਟਿਕ ਨਹੀਂ ਪਾਉਂਦੇ। ਇਹ ਕੌਣ ਲੋਕ ਨੇ? ਤੇ ਜ਼ਕਰੀਆ ਖਾਨ ਨਾਦਰ ਸ਼ਾਹ ਨੂੰ ਪਤਾ ਹੈ ਕੀ ਕਹਿੰਦਾ? ਕਹਿੰਦਾ ਫਿਰ ਧਿਆਨ ਨਾਲ ਸੁਣੀ, ਇਤਿਹਾਸ ਵਿੱਚ ਲਿਖੀਆਂ ਹੋਈਆਂ ਨੇ, ਸਿੱਖ ਤਾਰੀਖ ਦੇ ਵਿੱਚ ਗੱਲਾਂ ਛਪੀਆਂ ਹੋਈਆਂ ਨੇ। ਉਹ ਕਹਿੰਦਾ ਮੁਰਸ਼ਿਦ ਇਨਕਾ ਵਲੀ ਭਇਓ ਹੈ। ਜ਼ਕਰੀਆ ਖਾਨ ਕਹਿੰਦਾ ਨਾਦਰ ਸ਼ਾਹ ਇਹਨਾਂ ਦਾ ਗੁਰੂ ਬੜਾ ਮਹਾਨ ਹੋਇਆ ਹੀ, ਮੈਂ ਪੜ੍ਹ ਕੇ ਵੇਖਿਆ ਇਹਨਾਂ ਦਾ ਇਤਿਹਾਸ। ਉਹ ਕਹਿੰਦਾ ਮੁਰਸ਼ਿਦ ਇਨਕਾ ਵਲੀ ਭਇਓ ਹੈ, ਆਬੇ ਹਯਾਤ ਇਨੇ ਦਿਓ ਹੈ, ਕਾਣ ਨਾ ਕਾਹੂ ਕੀ ਇਹ ਰਾਖਤ, ਬਾਦਸ਼ਾਹ ਖੁਦ ਹੀ ਕੋ ਪਾਖਤ। ਕੱਪੜੇ ਪਾਟੇ ਹੁੰਦੇ ਨੇ, ਪਾਟਾ ਜਾਂ ਪਰਨਾ, ਪੱਗ ਬੰਨੀ ਹੁੰਦੀ ਹੈ,
ਬਦਾਮ ਦੀ ਥਾਂ ਛੋਲੇ ਖਾ ਕੇ ਤੇ ਕਹਿੰਦੇ ਨੇ ਅਸੀਂ ਬਦਾਮ ਖਾ ਲਏ ਨੇ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਮੌਤ ਨੂੰ ਬੁਲਾਵੇ ਤੇਰਾ ਖਾਲਸਾ। ਜੇ ਕਿਤੇ ਲੋੜ ਪਵੇ ਸ਼ਾਨ ਅਜਮਾਉਣ ਦੀ, ਛਾਤੀਆਂ ਨੂੰ ਮੋਹਰੇ ਹੋ ਕੇ ਡਾਵੇ ਤੇਰਾ ਖਾਲਸਾ। ਇਦਾਂ ਦੇ ਕਿਰਦਾਰ ਵੇਖੇ ਸਨ ਅਗਲੇ ਨੇ। ਉਹ ਕਹਿੰਦਾ ਘਰ ਬਾਰ ਨਹੀਂ ਹੈਗੇ, ਪੀੜ੍ਹੀਆਂ ਗੁਜ਼ਰ ਜਾਂਦੀਆਂ ਨੇ, ਜੰਗਲਾਂ 'ਚ ਹੀ ਵਸੇਬਾ ਹੁੰਦਾ ਇਹਨਾਂ ਦਾ। ਤੇ ਉਹ ਕਹਿੰਦਾ ਹੋਰ ਦੱਸ ਇਹਨਾਂ ਬਾਰੇ। ਨਾਦਰ ਸ਼ਾਹ ਦੇ ਅੰਦਰ ਚਿਟਕ ਜੀ ਲੱਗ ਗਈ ਤੇ ਅੱਗਿਓਂ ਦੀ ਆਨਸਰ ਆਇਆ। ਉਹ ਕਹਿੰਦਾ ਹਿੰਦੂ ਤੁਰਕਨ ਤੇ ਹੈ ਨਿਆਰਾ, ਨਾ ਇਹ ਹਿੰਦੂ ਨੇ ਨਾ ਇਹ ਤੁਰਕ ਲੋਕ ਨੇ, ਕਹਿੰਦਾ ਨਿਆਰੇ ਹੀ ਨੇ ਕੋਈ। ਹਿੰਦੂ ਤੁਰਕਨ ਤੇ ਹੈ ਨਿਆਰਾ, ਫਿਰਕਾ ਇਨਕਾ ਪਰ ਅਪਾਰਾ, ਕਹਿੰਦਾ ਸਿੰਘ ਸਿੰਘਣੀ ਜੋ ਮਰ ਜਾਏ ਹੈ, ਬੈਠਤ ਹਲੂਆ ਤੁਰਤ ਬਨੇ ਹੈ। ਇਹਨਾਂ ਦੇ ਘਰ ਕੋਈ ਜੰਮ ਪਏ ਤੇ ਤਾਂ ਕੜਾਹ ਪ੍ਰਸ਼ਾਦ ਬਣਾਉਂਦੇ ਨੇ ਤੇ ਆਨੰਦ ਭਇਆ ਮੇਰੇ ਮਾਹੀ ਪੜਦੇ ਨੇ, ਤੇ ਜੇ ਕੋਈ ਚੜ੍ਹਾਈ ਕਰ ਜਾਏ ਤੇ ਤਾਂ ਵੀ ਕੜਾਹ ਪ੍ਰਸ਼ਾਦ ਹੀ ਮਿੱਠਾ ਬਣਦਾ ਤੇ ਤਾਂ ਵੀ ਆਨੰਦ ਭਇਆ ਦੇ ਗੀਤ ਗਾਉਂਦੇ ਨੇ। ਪਤਾ ਨਹੀਂ ਕੈਸੇ ਨੇ ਇਹ ਲੋਕ। ਸਿੰਘ ਸਿੰਘਣੀ ਜੋ ਮਰ ਜਾਏ ਹੈ, ਬੈਠਤ ਹਲੂਆ ਤੁਰਤ ਬਨੇ ਹੈ, ਕੰਠੀ ਜੰਜੂ ਤਿਲਕ ਨਾ ਧਰ ਹੈ, ਨਾ ਇਹਨਾਂ ਦੇ ਗਲ 'ਚ ਜਨਊ ਹੁੰਦਾ ਹੈ। ਬੁੱਤ ਪਰਸਤੀ ਕਦੇ ਨਾ ਕਰ ਹੈ, ਬੁੱਤ ਪਰਸਤੀਆਂ ਨਹੀਂ ਕਰਦੇ, ਤਿਲਕ ਨਹੀਂ ਲਾਉਂਦੇ। ਉਹ ਸਾਡੀ ਵੇਖੋ ਆਇਡੈਂਟੀਟੀ ਦੱਸ ਰਿਹਾ ਸੀ। ਵਿਸਾਖ ਭਲਾ ਸ਼ਾਖਾਂ ਵੇਸ ਕਰੇ, ਸਾਨੂੰ ਪਹਿਚਾਣ ਕਿੰਨੇ ਦਿੱਤੀ ਤੇ ਲੋਕਾਂ ਨੇ ਸਾਡੀ ਪਰਿਭਾਸ਼ਾ ਕਿਵੇਂ ਦੱਸੀ, ਸਾਡੇ ਬਾਰੇ ਬਿਆਨਬਾਜ਼ੀਆਂ ਕੀ ਹੋਈਆਂ। ਦੁਸ਼ਮਣ ਵੀ ਸਾਡੇ ਬਾਰੇ ਸੁਣਨ ਲਈ ਨਾ ਚਿਟਕ ਲਾਈ ਬੈਠਾ ਸੀ, ਹੋਰ ਦੱਸ ਇਹਨਾਂ ਬਾਰੇ। ਉਹ ਕਹਿੰਦਾ ਕੰਠੀ ਜੰਜੂ ਤਿਲਕ ਨਾ ਧਰ ਹੈ, ਬੁੱਤ ਪਰਸਤੀ ਕਦੇ ਨਾ ਕਰ ਹੈ। ਕਹਿੰਦਾ ਇਹਨਾਂ ਦੇ ਵਿੱਚ ਇੱਕ ਗੱਲ ਮੈਂ ਹੋਰ ਵੇਖੀ ਹੈ, वेद पुराण कतेब कुरान पढ़त ना सुनत ना मानत कान, तमाम ग्रंथ भरे पए ने दुनिया दे विच, इन्हां नूं कोई वास्ता नहीं हैगा। वेद पुराण कतेब कुरान पढ़त ना सुनत ना मानत कान, कहंदा गुरु नानक जो कथी कलाम तां पर रखत ईमान तमाम। जो बाबे नानक ने लिखता ये अपने बाबे दे मूँह उच्चारण कीते कि शब्द तो सदके ते कुर्बान जांदी कौम है। ते अखीर विच एक गल कहंदा, वो कहंदा है इनमें इतफाक महान, कहंदा बहुत वखरी गल है इन्हां दे जीवन दी। है इनमें इतफाक महान, सिंह सिंह परवारत प्राण, कहंदा कुर्बान हुंदे ने एक दूजे दे उत्तों। गुरु सवारिओ ये बड़ा वड्डा इतिहास है, बाबे नानक तो लैके 10वें पातशाह तक। एक विसाख तो विसाख का 239 साल का तुसीं सफ़र किया, तुहाडे बजुर्गां ने इतिहास सिरज दिता। पूरी दुनिया दे विच उहदे नां दा कोई इतिहास ही नहीं छप सकिया हुण तक। पर खिमा करिओ जी, साडे बजुर्ग तां इतिहास सिरज गए, पर असीं तां चुक के पढ़न वाले भी ना रहे। साडे घर किन्नियां को किताबां ने, साडे घर बाहरी रूप शिंगार दे कपड़े ते गहने ते तमाम अलमारियां भरियां होणगियां, पीण वालियां दीयां बोतलां दे ढेर लगे होणगे। मैनूं खिमा कर दिओ जी, पुछो ना तुहाडे घर 47 दे संबंधित किन्नियां किताबां ने, 84 इतिहास निकलिया, किन्नियां किताबां घरी रखी बैठे हो। श्रोमणी कमेटी गुरुद्वारा प्रबंधक कमेटी गुरुद्वारा सुधार लहर ननकाणा साहब दा साका घल्लूकारे जिहड़े वापरे, 10 पातशाहियां दा तक दा इतिहास, बंदा सिंह बहादुर, महाराणा रणजीत सिंह कौन होया, भाई गुरदास जी ने कविते वारां लिखियां, कान सिंह नाभे ने महान कोश लिखिया, कुछ है तुहाडे घर दे विच? एक बारी असीं पंजाब पिंड च बेनती कीती सी कि अपने इलाके दे सिख संगतां दे घर सर्वे करिए, जिहदे घरों ਸਾਹਿਤ मिल जाए ना उन्होंने गुरु घरों निवाजो। घरां च लाइब्रेरियां, तुसीं वेखो यहूदी कौम इत्थे रहिंदी, यूश लोक साडे तो घट गिनती है, पूरी दुनिया च राज कर रही कौम है। इकोनॉमी पद्धर ते शार्प माइंड अपने बच्चे पैदा कीते ने उन्होंने पूरी दुनिया दे विच। कुछ तां करिए, कुछ तां प्रण करिए। ये एक दो बेनती कह के समाप्ति करांगा। खत्रियां तां धर्म छोड़िया, मलेच भाख्या गई, बोली ना छड्डो, प्लीज़ बेनती है। बच्चों नूं इंग्लिश पढ़ाओ, रज रज उन्होंने सारियां भाषावां पढ़ाओ। मैं आप तालीम लै रहा इत्थे आके तुहाडे बच्चों नाल कोई गल कर सकां, पर बोली ना भूल जाण किते। जिस दिन पंजाबी गुरमुखी 4-6 अखर चले गए ना, ताबिया ते नहीं जे किसी ने दिखना, तुहानूं ਲੱਭਣੇ नहीं कोई गाउण वाले, शब्द ते पढ़न वाले ते विचारां करन वाले ते संगत दीयां रौनकां मुक जाणगीਆਂ गल्लां। पंजाबी एक आधार है, गुरु ने जिहड़ी जिन्हों असीं कहने ना कौम सिरजी, ਉਹਦੇ ਚ बोली पहल सी, ਉਹਦੇ ਚ अपनी ड्रैस कोट, अपना लिबास, अपनी दस्तार, अपना सभ्याचार, अपना कल्चर, अपना ग्रंथ, अपनी मर्यादा, अपना कैलेंडर, अपने डिसीजन, अपना तखत, वो कौम होंदी है। सो इस करके आओ, एक बाणी एक गुर एको शब्द विचार।
ਕੁਝ ਪ੍ਰਣ ਕਰਕੇ ਘਰੇ ਤੁਰਾਂਗੇ ਤਾਂ ਗੁਰੂ ਰਹਿਮਤ ਬਖਸ਼ਿਸ਼ ਕਰਨਗੇ ਕਿ ਅਸੀਂ ਆਪਣੇ ਬੱਚਿਆਂ ਨਾਲੋਂ ਵਾਰਤਾ ਕਰੀਏ, ਘਰਾਂ 'ਚ ਪੁਸਤਕਾਂ ਰੱਖੀਏ, ਬੱਚਿਆਂ ਨੂੰ ਮਨ ਬਣਾ ਲਓ 24 ਘੰਟੇ 'ਚੋਂ ਤੁਸੀਂ ਜਿੰਨਾ ਮਰਜ਼ੀ ਕਾਰਜ ਕਰੋ, ਉਦਮ ਕਿਰਤ ਕਰੋ। ਮਹਾਰਾਜ ਨੇ ਸਾਨੂੰ ਕਿਰਤ ਦਿੱਤੀ ਹੈ, ਪਰ 20 ਮਿੰਟ ਬਸ ਬੱਚਿਆਂ ਨਾਲ ਜ਼ਰੂਰ ਵਿਆਹ ਕਰੋ। ਸਿਰਫ ਗੁਰੂ ਨੂੰ ਪ੍ਰਣਾ ਕੇ ਵਿਆਹ ਕਰੋ। ਇੱਕ ਸ਼ਬਦ, ਇੱਕ ਤੁਕ ਲੈ ਲਓ। ਇੱਥੋਂ ਹੁਕਮਨਾਮਾ ਆਉਂਦਾ ਹੈ, ਅਸੀਂ ਆਉਂਦੇ ਸਮੇਂ 'ਚ ਯਤਨ ਕਰਾਂਗੇ ਹੁਕਮਨਾਮੇ ਦੇ ਇੱਥੋਂ ਦੀ ਮੀਨਿੰਗ ਭੇਜੇ ਜਾਣ WhatsApp ਗਰੁੱਪਾਂ ਰਾਹੀਂ। ਤੇ ਤੁਹਾਨੂੰ ਵੀ ਬੇਨਤੀ ਹੈ, ਤੁਸੀਂ ਨੰਬਰ ਦਿਓ ਆਪਣੇ ਸਾਰੇ, ਇਹ ਕਮਿਊਨੀਕੇਸ਼ਨ ਗੈਪ ਨਾ ਪਵੇ। ਅਸੀਂ ਗੁਰਦੁਆਰਾ ਸਾਹਿਬ ਤੋਂ ਹਰ ਸੇਵਾ ਲਈ ਤੁਹਾਡੇ ਲਈ ਤਿਆਰ ਹਾਂ। ਆਪਣੇ ਬੱਚਿਆਂ ਨਾਲ ਉਹਦੇ ਮੀਨਿੰਗ ਸਾਂਝੇ ਕਰੋ ਬਹਿ ਕੇ, ਆਪਣੀ ਬੋਲੀ 'ਚ ਭਾਵੇਂ ਦੱਸ ਦਿਓ, ਕੋਈ ਹਰਜ ਨਹੀਂ। ਗੁਰੂ ਰਹਿਮਤ ਕਰੇਗਾ। ਆਓ ਅਗਲੇ ਆਉਂਦੇ ਦੀਵਾਨਾਂ ਦੇ ਵਿੱਚ ਆ ਜਿਹੜਾ ਐਤਵਾਰ ਨੂੰ ਆ ਰਿਹਾ, ਆਪਣੇ ਭਾਈ ਸਾਹਿਬ ਤੁਹਾਨੂੰ ਦੱਸ ਦੇਣਗੇ। ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਆ ਰਿਹਾ। ਪਰਿਵਾਰਾਂ ਸਮੇਤ ਬੱਚਿਆਂ ਨੂੰ ਲੈ ਕੇ ਪਹੁੰਚੋ। ਸ਼ਤਾਬਦੀ ਦਿਹਾੜਾ ਰਲ ਮਿਲ ਕੇ ਖੁਸ਼ੀਆਂ ਨਾਲ ਮਨਾਈਏ। ਵਿਚਾਰਾਂ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।